ਬੰਧਨ ਪਗ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਧੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ। ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਉਠਿਓ ਪ੍ਰਾਤ ਚੰਦੂ ਦੁਸ਼ਟ ਚਿਤਵਤ ਚਿਤ ਗੁਰ ਬਾਤ ਆਜ ਮਨਾਵੋ ਜਿਮ ਚਾਹੋ ਨਾਹੇ ਤਾਂ ਕਰਹੁ ਘਾਤ। ਉਠਿਓ ਪ੍ਰਾਤ ਚੰਦੂ ਦੁਸ਼ਟ ਚਿਤਵਤ ਚਿਤ ਗੁਰ ਬਾਤ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ 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 ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਹੀ ਸੰਗਤ ਬੜੇ ਪਿਆਰ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਮਹਾਰਾਜ ਕੁਝ ਸਮਾਂ ਹੁਣ ਸਾਡੀਆਂ ਬਿਰਤੀਆਂ ਟਿਕ ਜਾਣ। ਅੱਜ ਵਾਲੀ ਜਿਹੜੀ ਕਥਾ ਹੈ ਦਾਸ ਨੇ ਮਹਾਂਪੁਰਖਾਂ ਦੇ ਪਾਸੋਂ ਸੁਣਿਆ। ਜਿਹਨੇ ਸਾਰੀ ਗੁਰੂ ਅਰਜਨ ਦੇਵ ਜੀ ਦੀ ਕਥਾ ਨਹੀਂ ਸੁਣੀ ਉਹ ਅੱਜ ਵਾਲੀ ਕਥਾ ਸੁਣ ਲਵੇ ਉਹਨੂੰ ਸਾਰੀ ਕਥਾ ਦਾ ਮਹਾਤਮ ਜਿਹੜਾ ਉਹ ਪ੍ਰਾਪਤ ਹੋ ਜਾਏਗਾ ਜੀ। ਤੁਸੀਂ ਅੰਦਾਜ਼ਾ ਲਾਓ ਵੀ 1 ਸਾਲ ਦੇ ਵਿੱਚ ਜੇ ਰੋਜ਼ ਵੀ 1 ਘੰਟਾ ਕਥਾ ਹੋਵੇ ਗੁਰੂ ਅਰਜਨ ਦੇਵ ਜੀ ਦੀ 360 ਜਾਂ 365 ਘੰਟੇ ਲਗਾਤਾਰ ਬਣਦੇ ਹੈ। ਅਤੇ ਅੱਜ ਵਾਲੀ ਜਿਹੜੀ ਕਥਾ ਹੈ ਜੇ ਕੋਈ ਉਹਨੂੰ ਪ੍ਰੇਮ ਦੇ ਨਾਲ ਸੁਣ ਲਵੇ ਇੰਨੇ ਘੰਟਿਆਂ ਨੂੰ ਸੁਣਨ ਦਾ ਜਿਹੜਾ ਮਹਾਤਮ ਹੈ ਉਹ ਸਾਧ ਸੰਗਤ ਜੀ ਅੱਜ ਵਾਲੀ ਕਥਾ ਨੂੰ ਸੁਣ ਕੇ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਪੂਰਨ ਤੌਰ 'ਤੇ ਸੁਰਤੀਆਂ ਬਿਰਤੀਆਂ ਇਕਾਗਰ ਰੱਖਿਓ। ਕੋਸ਼ਿਸ਼ ਕਰਿਓ ਸਾਡੀ ਬਿਰਤੀ 1 ਮਿੰਟ ਵਾਸਤੇ ਵੀ ਇੱਧਰ ਉੱਧਰ ਨਾ ਹਿੱਲੇ ਜੁੱਲੇ। ਮਹਾਰਾਜ ਜੀ ਕਿਰਪਾ ਕਰਨ ਆਓ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜੂਰ ਦੁਸ਼ਟ ਪਾਪੀ ਚੰਦੂ ਬਹੁਤਾ ਹੀ ਵੱਡਾ ਦੁਸ਼ਟ ਕਮੀਨਾ ਉਹਨੇ ਜੋ ਤਸੀਹੇ ਸਤਿਗੁਰੂ ਜੀ ਨੂੰ ਦੇਣ ਦਾ ਯਤਨ ਕੀਤਾ ਉਹ ਸਾਧ ਸੰਗਤ ਦੀ ਕਥਾ ਪਿਛਲੇ ਕਈ ਦਿਨਾਂ ਤੋਂ ਤੁਸਾਂ ਨੇ ਸੁਣੀ ਹੈ। ਭੁੱਖ ਪਿਆਸ ਨੀਂਦ ਨੂੰ ਇੱਕ ਬਹਾਨਾ ਬਣਾਇਆ ਵੀ ਇਹ ਵੀ ਤਸੀਹਾ ਦਈਏ
ਪਰ ਗੁਰੂ ਜੀ ਇਹਨਾਂ ਗੱਲਾਂ ਤੋਂ ਬਹੁਤ ਉੱਚੇ ਆ, ਬਹੁਤ ਉੱਚੇ ਆ। ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਗੁਰੂ ਜੀ ਦੇ ਸਿੱਖਾਂ ਦੇ ਨੇੜੇ ਇਹ ਗੱਲਾਂ ਨਹੀਂ ਆਉਂਦੀਆਂ, ਤੇ ਗੁਰੂ ਅਰਜਨ ਦੇਵ ਜੀ ਤੇ ਬਹੁਤ ਵੱਡੇ ਹਨ। ਠੀਕ ਹੈ, ਅਸੀਂ ਅਭਿਆਸ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਜਿੰਨੀ ਪੜ੍ਹਨੀ ਚਾਹੀਦੀ ਹੈ ਓਨੀ ਹੁੰਦੀ ਨਹੀਂ ਹੈ। ਜੇ ਕਿਤੇ ਹੋ ਜੇ ਤੇ ਭੁੱਖ ਪਿਆਸ ਵੈਸੇ ਬੰਦੇ ਦੀ ਉੱਡ ਜਾਂਦੀ ਹੈ ਜੀ। ਉਹਦੇ ਤੋਂ ਬਾਅਦ ਸੰਗਤ ਜੀ ਤੁਸੀਂ ਸੁਣਿਆ ਮਹਾਰਾਜ ਜੀ ਨੂੰ ਤਪ ਦੇ ਪਾਣੀ ਦੇ ਵਿੱਚ ਬਿਠਾਇਆ ਗਿਆ। ਫਿਰ ਮਹਾਰਾਜ ਜੀ ਨੂੰ ਅਗਲੇ ਦਿਨ ਲਗਭਗ 6.5 ਘੰਟੇ ਗੁਰੂ ਜੀ ਦੇ ਸੀਸ ਉੱਤੇ ਗਰਮ ਰੇਤਾ ਦੁਸ਼ਟ ਨੇ ਪਵਾਇਆ। ਕੱਲ ਤੁਸੀਂ ਸੁਣਿਆ 3-3.5 ਘੰਟੇ ਮਹਾਰਾਜ ਗਰੀਬ ਨਵਾਜ ਤੱਤੀ ਲੋਹ ਦੇ ਉੱਤੇ ਆਸਣ ਲਾਇਆ। ਇਹ ਸਭ ਕੁਝ ਗੁਰੂ ਅਰਜਨ ਦੇਵ ਜੀ ਕਰ ਸਕਦੇ, ਦੂਜਾ ਨਹੀਂ ਕੋਈ ਕਰ ਸਕਦਾ ਜੀ। ਪਿਆਰ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਸਭ ਕੁਝ ਗੁਰੂ ਜੀ ਕਰ ਸਕਦੇ, ਸਹਾਰ ਸਕਦੇ ਆ, ਦੂਜਾ ਨਹੀਂ ਸਹਾਰ ਸਕਦਾ ਜੀ। ਕਹਿੰਦੇ ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋਂ, ਇੰਨਾ ਸੇਕ ਉਹ ਕਿਵੇਂ ਸਹਾਰ ਗਏ ਸੀ। ਤੱਤੀ ਤਵੀ ਨੇ ਅੱਗੋਂ ਕਿਹਾ ਕੀ ਮੈਂ ਦੱਸਾਂ ਤੈਨੂੰ, ਉਹ ਤਾਂ ਮੈਨੂੰ ਵੀ ਨਾਮ ਨਾਲ ਠਾਰ ਗਏ ਸੀ। ਮਹਾਰਾਜ ਗਰੀਬ ਨਵਾਜ ਜੀ ਦੇ ਅੰਦਰ ਨਾਮ ਇੰਨਾ ਜ਼ਿਆਦਾ ਚੱਲ ਰਿਹਾ। ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਹੈ, ਹਰ ਅੰਮ੍ਰਿਤ ਭਿੰਨੀ ਦੇਹੁਰੀ। ਗੁਰੂ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਨਾ, ਇੱਕ ਇੱਕ ਰੋਮ ਜਿਹੜਾ ਉਹ ਅੰਮ੍ਰਿਤ ਦੇ ਨਾਲ ਭਰਪੂਰ ਹੈ। ਇੱਕ ਇੱਕ ਸਰੀਰ ਦਾ ਵਾਲ ਨਾਮ ਰੂਪ ਅੰਮ੍ਰਿਤ ਦੇ ਨਾਲ ਭਰਪੂਰ ਹੈ। ਭਾਈ ਗੁਰਦਾਸ ਜੀ ਗੁਰੂ ਸਾਹਿਬ ਬਾਰੇ ਨਹੀਂ ਲਿਖਦੇ, ਗੁਰਮੁਖਾਂ ਬਾਰੇ ਲਿਖਦੇ ਆ। ਗੁਰਮੁਖ ਰੋਮ ਰੋਮ ਹਰ ਧਿਆਵੈ। ਤੇ ਜੇ ਗੁਰਮੁਖ ਰੋਮ ਰੋਮ ਕਰਕੇ ਨਾਮ ਧਿਆਉਂਦਾ ਤੇ ਗੁਰੂ ਜੀ ਤੇ ਫਿਰ ਹੈ ਹੀ ਨਾਮ ਦਾ ਸਰੂਪ ਨੇ ਜੀ। ਦੁਸ਼ਟ ਨੇ ਸਾਰੇ ਤਸੀਹੇ ਦੇਖ ਕੇ ਵੇਖ ਲਏ, ਅਖੀਰ ਉਹਨੇ ਫਿਰ ਗੁਰੂ ਜੀ ਨੂੰ ਖਤਮ ਕਰਨ ਦਾ ਫੁਰਨਾ ਬਣਾਇਆ ਜੀ। ਮਹਾਰਾਜ ਜੀ ਨੂੰ ਸੁਣਾ ਕੇ ਉੱਚੀ ਦਿੱਤੇ ਉਹਨੇ ਆਖਿਆ ਵੀ ਕੱਲ ਨੂੰ ਗਾਂ ਮਾਰੋ ਤੇ ਜਾਂ ਫਿਰ ਮਰੀ ਗਾਂ ਲੈ ਕੇ ਆਓ, ਨਹੀਂ ਤੇ ਗਾਂ ਮਾਰੋ, ਉਹਦੇ ਚੰਮ ਦੇ ਵਿੱਚ ਗੁਰੂ ਜੀ ਦੇ ਸਰੀਰ ਨੂੰ ਮੜ ਦੇਣਾ ਹੈ। ਇਹ ਕਹਿ ਕੇ ਦੁਸ਼ਟ ਆਪ ਚਲੇ ਗਿਆ। ਤੁਸੀਂ ਸੁਣਿਆ 2 ਵਾਰ ਚੰਦੂ ਦੀ ਨੂੰਹ ਸੱਚੇ ਪਾਤਸ਼ਾਹ ਜੀ ਦੇ ਕੋਲ ਆਈ ਜੀ, 2 ਵਾਰ ਆਈ। ਇੱਕ ਵਾਰੀ ਪਹਿਲਾਂ ਵੀ ਹੋ ਕੇ ਗਈ ਹੈ, ਦੂਜੀ ਵਾਰੀ ਰਾਤ ਫਿਰ ਉਹ ਆਈ ਜੀ। ਮਹਾਰਾਜ ਨੇ ਉਹਨੂੰ ਕਿਹਾ ਧੀਏ ਸਵੇਰੇ ਅਸੀਂ ਸਰੀਰ ਤਿਆਗ ਦੇਣਾ। ਕੋਈ ਗੱਲ ਨਹੀਂ, ਤੂੰ ਮਹਾਰਾਜ ਕਹਿੰਦੇ ਜਾ ਕੇ ਭਜਨ ਕਰ, ਤੈਨੂੰ ਨਾਲ ਹੀ ਲੈ ਕੇ ਜਾਵਾਂਗੇ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸੁਣਨੀ ਹੈ। ਅੱਜ ਵਾਲੇ ਦਿਨ ਮਹਾਰਾਜ ਸਰੀਰ ਤਿਆਗਦੇ ਆ, ਉਹ ਕਥਾ ਸੰਗਤ ਦੀ ਬੜੇ ਪਿਆਰ ਨਾਲ ਸੁਰਤੀਆਂ ਇਕਾਗਰ ਕਰਕੇ ਸੁਣਿਓ। ਦਾਸ ਨੇ ਫਿਰ ਮੈਂ ਬੇਨਤੀ ਕਰਾਂ ਮਹਾਂਪੁਰਖਾਂ ਕੋਲੋਂ ਸੁਣਿਆ, ਜਿਹਨੇ ਸਾਰੀ ਕਥਾ ਨਾ ਸੁਣੀ ਹੋਵੇ ਉਹ ਆਹ ਵਾਲੀ ਜਦੋਂ ਕਥਾ ਸੁਣਦਾ ਉਹਨੂੰ ਸਾਰੀ ਕਥਾ ਸੁਣਨ ਦਾ ਮਹਾਤਮ ਪ੍ਰਾਪਤ ਹੁੰਦਾ। ਪਿਆਰ ਨਾਲ ਗੱਜ ਕੇ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਠਿਓ ਪ੍ਰਾਤ ਚੰਦੂ ਦੁਸ਼ਟ, ਚਿਤਵਤ ਚਿਤ ਗੁਰ ਬਾਤ। ਸਵੇਰੇ ਦੁਸ਼ਟ ਚੰਦੂ ਉਠਿਆ ਜੀ, ਮਨ ਵਿੱਚ ਗੁਰੂ ਜੀ ਦੀਆਂ ਗੱਲਾਂ ਹੀ ਚੇਤੇ ਕਰਦਾ ਰਿਹਾ ਜੀ। ਹਾਂਜੀ ਚੇਤਾ ਰੱਖਿਓ, ਚੇਤੇ ਕਰਨ ਵਿੱਚ ਬੜਾ ਫਰਕ ਹੈਗਾ ਜੀ। ਇਹ ਚੇਤਾ ਕਰ ਰਿਹਾ ਨੁਕਸਾਨ ਪਹੁੰਚਾਉਣ ਵਾਸਤੇ ਜੀ, ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਇਹ ਗੁਰੂ ਜੀ ਨੂੰ ਦੀਆਂ ਗੱਲਾਂ ਚੇਤੇ ਕਰ ਰਿਹਾ ਜੀ। ਤੇ ਗੁਰੂ ਦੇ ਪਿਆਰੇ ਵੀ ਗੁਰੂ ਜੀ ਨੂੰ ਚੇਤੇ ਕਰਦੇ ਆ, ਪਰ ਸੰਗਤ ਜੀ ਉਹ ਆਪਣੇ ਭਲੇ ਲਈ ਚੇਤੇ ਕਰਦੇ ਆ। ਉੱਠਦਿਆਂ ਸਾਰੀ ਗੁਰੂ ਜੀ ਨੂੰ ਚੇਤੇ ਕਰਨ ਲੱਗਾ, ਗੁਰੂ ਜੀ ਦੀਆਂ ਗੱਲਾਂ ਚੇਤੇ ਕਰਨ ਲੱਗਾ। ਆਜ ਮਨਾਵੋ ਜਿਮ ਚਾਹੋ, ਨਾਹੀਂ ਤਾਂ ਕਰਹੁ ਘਾਤ। ਇਹ ਕਹਿਣ ਲੱਗਾ ਵੀ ਮੈਂ ਅੱਜ ਕਿਸੇ ਵੀ ਤਰੀਕੇ ਨਾਲ ਮਨਾਉਣਾ ਹੀ ਮਨਾਉਣਾ ਜੀ ਗੁਰੂ ਜੀ ਨੂੰ, ਨਹੀਂ ਤੇ ਮਾਰਨ ਬਾਰੇ ਸੋਚਣ ਦਿਆ ਪਾਪੀ ਜੀ। ਹਾਂਜੀ ਚੌਪਈ ਅਤ ਪ੍ਰਿਯ ਧਰਮ ਹਿਰਦੈ ਜਿਸ ਕੀਰੇ, ਤਿਸ ਖੋਵਨ ਹਿਤ ਤਰਾਸ ਕਨੇਰੇ। ਕਹਿਣ ਲੱਗਾ ਅੱਜ ਤੇ ਮੈਂ ਧਰਮ ਦਾ ਹੀ ਧਰਮ ਭੰਗ ਕਰਨ ਲਈ ਦਾ ਉਹਨਾਂ ਨੂੰ ਡਰਾਵਾ ਦਿੱਤਾ ਹੈ, ਵੇਖੋ ਕੀ ਬਣਦਾ। ਬਹੁਤ ਕੁਝ ਸੋਚਦਾ ਜੀ, ਬਹੁਤ ਕੁਝ ਸੋਚਦਾ। ਸੰਗਤ ਜੀ ਇਹਦੀਆਂ ਗੱਲਾਂ ਸੁਣਨ ਦਾ ਕੋਈ ਬਹੁਤਾ ਲਾਭ ਨਹੀਂ ਹੋਏਗਾ ਸਾਨੂੰ ਜੀ। ਬੜਾ ਕੁਝ ਇਸ ਦੁਸ਼ਟ ਪਾਪੀ ਨੇ ਸੋਚਿਆ ਜੀ। ਅਖੀਰ ਚੱਲ ਕੇ ਇਹ ਗੁਰੂ ਜੀ ਦੇ ਕੋਲ ਆਇਆ ਜੀ। ਗੁਰੂ ਜੀ ਨੂੰ ਆ ਕੇ ਫਿਰ ਉਹੀ ਗੱਲਾਂ ਕਹੀਆਂ। ਮੇਰੀ ਗੱਲ ਮੰਨ ਲਓ ਕਹਿੰਦਾ,
ਨਹੀਂ ਤੇ ਤੁਹਾਨੂੰ ਪਤਾ ਅੱਜ ਕੀ ਕਰਨਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੁਗਤੀ ਇਹੋ ਜਿਹੀ ਵਰਤਾਈ, ਗਾਂ ਨੂੰ ਮਾਰਨ ਦੀ ਲੋੜ ਹੀ ਨਾ ਪਵੇ ਜੀ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਭਲਾ ਮਨਾਏਂਦਾ। ਮਹਾਰਾਜ ਗਰੀਬ ਨਵਾਜ ਜੀ ਨੇ ਚੰਦੂ ਨੂੰ ਇਸ ਤਰ੍ਹਾਂ ਆਖਿਆ, ਜਦੋਂ ਚੰਦੂ ਆਇਆ ਨਾ ਮਹਾਰਾਜ ਕੋ ਅਗਲੇ ਦਿਨ, ਤੁਸੀਂ ਧਿਆਨ ਨਾਲ ਸੁਣੀ ਹੈ ਕਥਾ ਸਾਰੀ, 75% ਜਿਹੜਾ ਸਰੀਰ ਹੈ ਉਹ ਗੁਰੂ ਜੀ ਦਾ ਗਲ ਤੇ ਸੜ ਚੁੱਕਾ ਹੈ ਜੀ। ਹਾਂਜੀ। ਸ੍ਰੀ ਅਰਜਨ ਸੁਨ ਕਰ ਸਰਬ ਸ਼ੋਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਬਚਨ ਉਹਦੀਆਂ ਦੁਸ਼ਟ ਦੀਆਂ ਗੱਲਾਂ ਸੁਣੀਆਂ ਜੀ। ਹਾਂਜੀ। ਬੋਲੇ ਬਾਕ ਜਿਨ੍ਹਾਂ ਕਿਤ ਭਾਉ ਨਾ, ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਸ਼ਟ ਚੰਦੂ ਨੂੰ ਕਹਿਣ ਲੱਗੇ। ਹਾਂਜੀ। ਅਬ ਹਮ ਰਾਵੀ ਚਾਹੇ ਇਸ਼ਨਾਨ। ਮਹਾਰਾਜ ਕਹਿਣ ਲੱਗੇ ਭਾਈ ਅੱਜ ਨਾ ਮਹਾਰਾਜ ਉਹਦਾ ਨਾਮ ਨਹੀਂ ਲੈਂਦੇ ਚੰਦੂ ਦਾ। ਅੱਜ ਨਾਮ ਨਹੀਂ ਲਿਆ ਮਹਾਰਾਜ ਨੇ। ਅੱਗੇ ਉਹਨੂੰ ਕਹਿ ਦਿੰਦੇ ਸਨ ਚੰਦੂ ਕਰਕੇ, ਅੱਜ ਨਹੀਂ ਲਿਆ। ਮਹਾਂਪੁਰਖ ਕਿਸੇ ਬੰਦੇ ਦਾ ਆਪਣੀ ਰਜੀਬ ਤੋਂ ਨਾਮ ਹੀ ਲੈ ਲੈਣ ਨਾ, ਇਹਦੇ ਨਾਲ ਵੀ ਉਹਦੇ ਪੁੰਨ ਬਣ ਜਾਂਦੇ ਜੀ। ਕਿਉਂ? ਪ੍ਰਭ ਜੀ ਬਸਹੇ ਸਾਧ ਕੀ ਰਸਨਾ। ਸਾਧ ਕੀ ਰਸਨਾ। ਕਿਸੇ ਦਾ ਨਾਮ ਹੀ ਲੈ ਦੇਣ ਨਾ, ਉਹਦੇ ਨਾਲ ਵੀ ਉਹਦੇ ਪੁੰਨ ਬਣਦੇ। ਅੱਜ ਨਹੀਂ ਮਹਾਰਾਜ ਨੇ ਉਹਦਾ ਨਾਮ ਲਿਆ। ਮਹਾਰਾਜ ਕਹਿਣ ਲੱਗੇ ਅਸੀਂ ਰਾਵੀ ਦੇ ਉੱਤੇ ਰਾਵੀ ਜਾ ਕੇ ਇਸ਼ਨਾਨ ਕਰਨਾ ਚਾਹੁੰਦੇ ਹਾਂ। ਕਈ ਦਿਨ ਹੋ ਗਏ ਇਸ਼ਨਾਨ ਨਹੀਂ ਕੀਤਾ। ਸੇਵਕ ਪੰਚ ਸੰਗ ਦੇਹੋ ਜਾਨ। ਪਰ ਸਾਡੇ ਪੰਜੇ ਹੀ ਸੇਵਕ ਸਾਡੇ ਨਾਲ ਜਾਣਗੇ। ਕਹਿਣ ਲੱਗੇ ਸੰਗਤ ਜੀ ਉਸ ਦਿਨ ਦੇ ਨੇੜੇ ਨਹੀਂ ਜਾਣ ਦਿੱਤਾ ਸਿੱਖਾਂ ਨੂੰ ਮਹਾਰਾਜ ਦੇ। ਹਾਂਜੀ। ਪੰਜ ਦਿਵਸ ਬੀਤੇ ਇਸ ਭਾਂਤੀ। ਹਜੂਰ ਮਹਾਰਾਜ ਕਹਿਣ ਲੱਗੇ ਭਾਈ 5 ਦਿਨ ਲੰਘ ਗਏ ਇਸੇ ਤਰ੍ਹਾਂ। ਹਾਂਜੀ। ਦਈ ਸਜ਼ਾਏ ਅਗਨ ਸਮਤਾਤੀ। ਸੰਗਤ ਜੀ 5 ਦਿਨ ਲੰਘ ਗਏ ਆ। ਅੱਗ ਵਾਂਗੂ ਤਪਦੀ ਹੋਈ ਸਜ਼ਾ ਦੁਸ਼ਟ ਨੇ ਦੇਣ ਦਾ ਯਤਨ ਕੀਤਾ ਗੁਰੂ ਜੀ ਨੂੰ। ਪਾਵਨ ਤਨੇ ਪੁਨਹਿ ਜਿਮ ਕਰੈ, ਨਿਸ਼ਚਲ ਮਤ ਕਰ ਨਿਸ਼ਚੇ ਧਰੈ। ਗੱਜ ਕੇ ਆਖੋ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੁਣ ਅਸੀਂ ਰਾਵੀ ਦੇ ਜਲ 'ਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਹਾਂਜੀ। ਸੁਨ ਕਰ ਦੁਸ਼ਟ ਹਿਰਦੇ ਹਰਖਾਇਓ। ਦੁਸ਼ਟ ਚੰਦੂ ਪਾਪੀ ਸੁਣ ਕੇ ਸਗੋਂ ਖੁਸ਼ ਹੋਇਆ ਜੀ। ਕਿਉਂ? ਉਹਦਾ ਕਾਰਨ ਇਹ ਹੈ ਧਰਮ ਬਿਨਾਸ਼ਨ ਤੇ ਡਰ ਪਾਇਓ। ਕਹਿਣ ਲੱਗਾ ਲੱਗਦਾ ਹੈ ਵੀ ਇਹ ਡਰ ਗਏ ਆ ਵੀ ਕਿਤੇ ਗਾਂ ਮਾਰ ਕੇ ਚਮਚ ਹੀ ਨਾ ਪਾ ਦੇਣ ਮੈਨੂੰ। ਪਰ ਮਹਾਰਾਜ ਤੇ ਉਹਦਾ ਵੀ ਭਲਾ ਕਰਨਾ ਚਾਹੁੰਦੇ ਆ ਗਾਂ ਦਾ। ਹਾਂਜੀ। ਇਮ ਵਿਚਾਰ ਕਹਿ ਜਾਏ ਇਸ਼ਨਾਨੋ। ਇਹ ਵਿਚਾਰ ਕੀਤੀ ਉਹਨੇ। ਕਹਿਣ ਲੱਗਾ ਕੋਈ ਗੱਲ ਨਹੀਂ, ਜਾਓ ਇਸ਼ਨਾਨ ਕਰੋ। ਤੇ ਮਨ 'ਚ ਸੋਚਦਾ ਹੈ ਸਰੀਰ ਛਾਲੇ ਛਾਲੇ ਹੋਇਆ, ਤਪਿਆ ਪਿਆ ਸਰੀਰ ਹੈ। ਜਦੋਂ ਰਾਵੀ ਦਾ ਠੰਡਾ ਪਾਣੀ ਲੱਗੇਗਾ ਹੋਰ ਦੁਖੀ ਹੋਣਗੇ। ਇਹ ਉਹਨੇ ਵਿਚਾਰ ਕੀਤੀ। ਹਾਂਜੀ। ਬਚ ਹੈ ਪ੍ਰਾਨ ਕਹਿਬੋ ਮਨ ਮਾਨੋ। ਹਾਂਜੀ। ਦਸਕ ਸਿਪਾਹੀ ਕਰ ਸਵਧਾਨੋ। ਤੋਰ ਦਿੱਤਾ ਗੁਰੂ ਜੀ ਨੂੰ। ਤੇ ਸੰਗਤ ਜੀ 10 ਸਿਪਾਹੀ ਨਾਲ ਭੇਜੇ ਮਹਾਰਾਜ ਜੀ ਦੇ ਜੀ ਉਹਨੇ। ਹਾਂਜੀ। ਖੜਗ ਸਿਪਰ ਗਹਿ ਸੰਗ ਪਿਆਨੋ। ਜਿਨ੍ਹਾਂ ਨੇ ਤਲਵਾਰਾਂ ਵੱਡੀਆਂ ਪਾਈਆਂ ਸਿਪਾਹੀਆਂ ਨੇ, ਹੱਥ ਦੇ ਵਿੱਚ ਸਿਪਰਾਂ ਫੜੀਆਂ ਹੋਈਆਂ ਨੇ, ਢਾਲਾਂ ਫੜੀਆਂ, ਬਰਛੇ ਫੜੇ ਹੋਏ ਆ। ਆਪਣੀ ਦ੍ਰਿਸ਼ਟ ਧਰੇ ਇਸ ਰਾਖੋ। ਦੁਸ਼ਟ ਕਹਿੰਦਾ ਹੈ ਨਾਲ ਜਾਓ, ਆਪਣੀ ਨਿਗਾਹ ਦੇ ਵਿੱਚ ਰੱਖਣਾ ਇਹਨਾਂ ਨੂੰ। ਹਾਂਜੀ। ਵਹਿਰ ਕਿਸੂ ਟਿਗ ਕਸ਼ੂ ਨਾ ਭਾਖੋ। ਬਾਹਰ ਕਿਸੇ ਨਾਲ ਗੱਲ ਨਹੀਂ ਕਰਨੀ ਵੀ ਇਹ ਕੌਣ ਹੈ। ਸਾਧ ਸੰਗਤ ਜੀ ਮਹਾਰਾਜ ਜੀ ਦਾ ਸਰੀਰ ਸਤਿਗੁਰੂ ਜੀ ਦਾ ਇਸ ਤਰ੍ਹਾਂ ਦਾ ਹੋ ਗਿਆ, ਸਰੀਰ ਨੂੰ ਪਛਾਨਣਾ ਜਿਹੜਾ ਹੈ ਨਾ ਉਹ ਵੀ ਮੁਸ਼ਕਲ ਹੋਇਆ ਪਿਆ ਹੈ। ਗੱਜ ਕੇ ਆਖੋ ਵਾਹਿਗੁਰੂ। 75% ਸਰੀਰ ਗਲ ਤੇ ਸੜ ਚੁੱਕਾ ਸਾਧ ਸੰਗਤ ਜੀ। ਹਾਂਜੀ। ਇਤ ਉਤ ਦੂਰ ਨਾ ਜਾਣੇ ਦੇਹੋ। ਦੁਸ਼ਟ ਸਿਪਾਹੀਆਂ ਨੂੰ ਕਹਿਣ ਲੱਗਾ ਇਹਨਾਂ ਨੂੰ ਇੱਧਰ ਉੱਧਰ ਦੂਰ ਨਾ ਜਾਣ ਦਿਓ। ਰਾਵੀ ਤੀਰ ਸਥਿਰਤਾ ਲੇਹੋ। ਹਾਂਜੀ। ਅਪਰ ਗਰੀ ਤੇ ਕਹਿ ਹਟਕਾਵੋ। ਮੱਜਤ ਬੈਠਤ ਕੁਛ ਨਾ ਅਲਾਵੋ। ਤੇ ਰਾਵੀ ਦੇ ਕਿਨਾਰੇ ਤੱਕ ਹੀ ਜਾਣ ਦੇਣਾ, ਕਿਸੇ ਹੋਰ ਗਲੀ ਵਿੱਚ ਜਾਣ ਨਹੀਂ ਦੇਣਾ।
ਤੇ ਬੈਠ ਕੇ ਇਸ਼ਨਾਨ ਜਦੋਂ ਕਰਨਗੇ ਉਦੋਂ ਤੁਸੀਂ ਨਹੀਂ ਕੁਝ ਕਹਿਣਾ। ਸਿਪਾਹੀਆਂ ਨੂੰ ਦੁਸ਼ਟ ਨੇ ਸਮਝਾਇਆ। ਹਾਂਜੀ, ਇਤ ਦਿਸ਼ ਲਿਆਵੋ ਰਹੋ ਪਿਸ਼ਾਰੀ। ਇਸ਼ਨਾਨ ਕਰਾ ਕੇ ਕਹਿੰਦਾ ਇੱਧਰ ਹੀ ਲੈ ਆਉਣਾ, ਅੱਗੇ ਪਿੱਛੇ ਰਹਿਣਾ, 5 ਸਿਪਾਹੀ ਅੱਗੇ 5 ਪਿੱਛੇ, ਇਸ ਤਰ੍ਹਾਂ ਕਹਿੰਦਾ ਇਹਨਾਂ ਨੂੰ ਭੇਜਣਾ। ਸਿੱਖਨ ਜੁਤ ਇਸ ਰੱਖੋ ਅਗਾਰੀ, ਇਮ ਕਹਿ ਕੀਨ ਕਨੀਤ ਕਰਾਈ। ਇਹ ਕਹਿ ਕੇ ਸਖਤ ਪਹਿਰੇ ਵਿੱਚ ਗੁਰੂ ਜੀ ਨੂੰ ਰਾਵੀ ਵਾਲੇ ਪਾਸੇ ਭੇਜਣ ਦਾ ਫੁਰਨਾ ਬਣਾਇਆ ਜੀ ਇਹਨੇ। ਸੁਨ ਖਲ ਤੇ ਚੱਲ ਪਰੇ ਗੁਸਾਈ। ਉਸ ਮੂਰਖ ਕੋਲੋਂ ਸੁਣ ਕੇ ਜਗਤ ਦੇ ਮਾਲਕ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਰ ਪਏ ਹਨ। ਸਾਧ ਸੰਗਤ ਚੇਤਾ ਰੱਖਿਓ, ਸੰਸਾਰ ਦਾ ਕੋਈ ਵਿਅਕਤੀ ਸਰੀਰ ਤਿਆਗਦਾ, 4 ਜਣੇ ਉਹਨੂੰ ਮੋਢਾ ਦਿੰਦੇ ਹੈ, ਉਹਦੀ ਅੰਤਮ ਯਾਤਰਾ ਹੁੰਦੀ ਹੈ। ਉਹ ਉੱਥੇ ਪਹੁੰਚਦਾ ਜਿੱਥੇ ਉਹਦੇ ਸਰੀਰ ਦਾ ਸੰਸਕਾਰ ਹੋਣਾ ਹੈ, ਸਰੀਰ ਨੂੰ ਅਗਨ ਭੇਟ ਕੀਤਾ ਜਾਣਾ। ਗੁਰੂ ਅਰਜਨ ਸਾਹਿਬ ਤੁਰਨ ਲੱਗੇ ਹੈ, ਸਤਿਗੁਰੂ ਜੀ ਦੀ ਸਰੀਰ ਕਰਕੇ ਇਹ ਅੰਤਮ ਯਾਤਰਾ ਹੈ, ਸਰੀਰ ਕਰਕੇ ਜੀ। ਔਰ ਵੇਖੋ, ਆਮ ਤੌਰ ਤੇ ਜਦੋਂ ਬੰਦੇ ਨੂੰ ਲੈ ਕੇ ਜਾਂਦੇ ਆ ਫਿਰ ਉਹਦਾ ਸਰੀਰ ਸੜਦਾ। ਗੁਰੂ ਸਾਹਿਬ ਜਾ ਰਹੇ ਆ ਤੇ ਸਰੀਰ 75% ਪਹਿਲਾਂ ਹੀ ਸੜਿਆ ਹੋਇਆ ਹੈ ਜੀ। ਆਪ ਤੁਰ ਕੇ ਜਾਣਾ ਸਤਿਗੁਰੂ ਜੀ ਨੇ। ਹਾਂਜੀ, ਪਰੇ ਫਲੂਹੇ ਸਰਬ ਸਰੀਰ। ਭਾਈ ਸੰਤੋਖ ਸਿੰਘ ਜੀ ਲਿਖਦੇ, ਮਹਾਰਾਜ ਤੁਰ ਤੇ ਪਏ ਪਰ ਸਾਰੇ ਸਰੀਰ ਤੇ ਛਾਲੇ ਹੋਏ ਹੋਏ ਨੇ ਮਹਾਰਾਜ ਦੇ ਜੀ। ਔਰ ਉਹਨਾਂ ਛਾਲਿਆਂ ਦੀ ਗਿਣਤੀ ਨਹੀਂ ਹੈਗੀ ਵੀ ਕਿੰਨੇ ਕੁ ਛਾਲੇ ਨੇ ਜੀ। ਉਹ ਸ਼ਾਦ ਚਾਦਰੇ ਦੀਰਘ ਚੀਰ। ਮਹਾਰਾਜ ਜੀ ਦੇ ਸਿੱਖ ਕੋਲ ਚਿੱਟੇ ਰੰਗ ਦੀ ਇੱਕ ਚਾਦਰ ਹੈ। ਸਾਧ ਸੰਗਤ, ਜਿਵੇਂ ਅਸੀਂ ਲੋਈ ਦੀ ਬੁੱਕਲ ਮਾਰਦੇ ਆ ਨਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਵੇਂ ਉਸ ਚਾਦਰ ਦੀ ਬੁੱਕਲ ਮਾਰ ਲਈ ਜੀ। ਜਿਵੇਂ ਬੁੱਕਲ ਮਾਰਦੇ ਆ ਅਸੀਂ, ਉਵੇਂ ਮਹਾਰਾਜ ਨੇ ਬੁੱਕਲ ਮਾਰ ਲਈ ਚਾਦਰ ਦੀ। ਤਰੁਆ ਚਰਨ ਜਰੇ ਬ੍ਰਿਣ ਹੋਏ। ਕਹਿੰਦੇ ਜਦੋਂ ਤੁਰਨ ਲੱਗੇ ਮਹਾਰਾਜ ਤੇ ਚਰਨਾਂ ਦੀਆਂ ਤਲੀਆਂ ਜਿਹੜੀਆਂ ਨੇ ਉਹ ਸੜੀਆਂ ਹੋਈਆਂ ਨੇ ਜੀ। ਛਾਲੇ ਵੀ ਹੋਏ ਨੇ, ਸੜੀਆਂ ਵੀ ਹੋਈਆਂ ਨੇ। ਤੁਸੀਂ ਅੰਦਾਜ਼ਾ ਲਾਓ ਤੁਰਿਆ ਕਿਵੇਂ ਜਾਏਗਾ ਜੀ। ਹਾਂਜੀ, ਸਨੈ ਸਨੈ ਧਰ ਪਰ ਧਰ ਜੋਏ। ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਜੀ ਬਹੁਤ ਸਹਿਜੇ ਸਹਿਜੇ ਧਰਤੀ ਤੇ ਪੈਰ ਰੱਖਦੇ ਆ, ਨਹੀਂ ਤੇ ਮਹਾਰਾਜ ਬਹੁਤ ਤੇਜ਼ ਤੁਰਦੇ ਆ। ਪਰ ਉਸ ਦਿਨ ਬੜੇ ਸਹਿਜੇ ਸਹਿਜੇ ਸਤਿਗੁਰੂ ਜੀ ਧਰਤੀ ਤੇ ਚਰਨ ਰੱਖਦੇ ਆ। ਨਿਕਟ ਪਿਰਾਣਾ ਸੇਵਕ ਹੇਰਾ। ਉਸ ਸਮੇਂ 2 ਸਿੱਖਾਂ ਨੂੰ ਬੜੀ ਵੱਡੀ ਸੇਵਾ ਮਿਲੀ ਜੀ। ਜਦੋਂ ਮਹਾਰਾਜ ਤੁਰਨ ਲੱਗੇ, ਤੁਰਿਆ ਨਹੀਂ ਜਾ ਰਿਹਾ ਜੀ। ਭਾਈ ਪਿਰਾਣਾ ਜੀ ਨੇੜੇ ਦੇ ਸੱਚੇ ਪਾਤਸ਼ਾਹ ਜੀ ਦੇ ਜੀ। ਹਾਂਜੀ, ਗਹਿਓ ਸਿਕੰਧ ਚੱਲੇ ਤਿਸ ਬੇਰਾ। ਤੇ ਮਹਾਰਾਜ ਜੀ ਨੇ ਭਾਈ ਪਿਰਾਣੇ ਦੇ ਮੋਢੇ ਦੇ ਉੱਤੇ ਹੱਥ ਰੱਖ ਲਿਆ ਜੀ। ਕਿੱਡੀ ਵੱਡੀ ਭਾਈ ਪਿਰਾਣਾ ਜੀ ਨੂੰ ਸੇਵਾ ਮਿਲੀ। ਜਗਤ ਦੇ ਮਾਲਕ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ ਜੀ। ਹਾਂਜੀ, ਸਲਿਤਾ ਦਿਸ ਛੋਟੀ ਇੱਕ ਮੋਰੀ। ਗਮਨਤ ਨਿਕਸੇ ਗੁਰ ਤਿਸ ਚੋਰੀ। ਹੌਲੀ ਹੌਲੀ ਬਾਹਰ ਤੁਰਦੇ ਹੈ। ਹਵੇਲੀ ਦਾ ਵੱਡਾ ਦਰਵਾਜ਼ਾ ਨਹੀਂ ਸੀ ਖੋਲਿਆ, ਧਿਆਨ ਨਾਲ ਸੁਣਿਆ। ਹਵੇਲੀ ਦਾ ਵੱਡਾ ਦਰਵਾਜ਼ਾ ਨਹੀਂ ਸੀ ਖੋਲਿਆ। ਦਰਿਆ ਵਾਲੇ ਪਾਸੇ ਹਵੇਲੀ ਦਾ ਪਿਛਲਾ ਪਾਸਾ ਜਿਹੜਾ ਸੀ ਉਹ ਲੱਗਦਾ ਸੀਗਾ ਤੇ ਇੱਕ ਛੋਟਾ ਜਿਹਾ ਦਰਵਾਜ਼ਾ ਸੀਗਾ ਜੀ। ਚੰਦੂ ਦੁਸ਼ਟ ਨੇ ਕਿਹਾ ਸੀ ਵੱਡੇ ਦਰਵਾਜ਼ੇ ਰਾਹੀਂ ਨਹੀਂ ਜਾਣਾ, ਕਿਉਂ ਬਾਹਰ ਸਿੱਖ ਖਲੋਤੇ ਆ, ਪਤਾ ਲੱਗ ਜਾਏਗਾ, ਰੌਲਾ ਪੈ ਜਾਏਗਾ। ਛੋਟਾ ਦਰਵਾਜ਼ਾ ਖੋਲਿਆ ਜੀ। ਹਾਂਜੀ, ਕੋ ਨਰ ਪਿਖ ਠਾਨਤ ਨਮੋ। ਭਾਈ ਪੁਰਾਣੇ ਦੇ ਮੋਢੇ ਤੇ ਹੱਥ ਰੱਖਿਆ। ਕਿਤੇ ਇਤਿਹਾਸ ਚ ਆਉਂਦਾ ਇੱਕ ਹੱਥ ਮਹਾਰਾਜ ਨੇ ਭਾਈ ਲੰਗਾਹ ਦੇ ਮੋਢੇ ਤੇ ਰੱਖਿਆ ਜੀ। ਤੇ ਸਤਿਗੁਰੂ ਤੁਰੇ ਜਾਂਦੇ ਆ। ਮਹਾਰਾਜ ਜੀ ਦਾ ਚਿਹਰਾ ਜਿਹੜਾ ਹੈ ਨਾ, ਉਰ ਤੇ ਸੇਕ ਦਾ ਅਸਰ ਹੋਇਆ ਹੋਇਆ ਜੀ। ਜਿਹੜਾ ਦਾੜਾ ਹੈ ਝੁਲਸਿਆ ਹੋਇਆ, ਸਰੀਰ ਛਾਲੇ ਛਾਲੇ ਹੋਇਆ। ਚਰਨਾਂ ਵਿੱਚ ਸਤਿਗੁਰੂ ਜੀ ਨੇ ਜੋੜਾ ਨਹੀਂ ਪਾਇਆ ਜੀ। ਕੇਵਲ ਛੋਟੀ ਜੀ ਇੱਕ ਦਸਤਾਰ ਹੈ, ਛੋਟੀ ਜੀ ਦਸਤਾਰ ਹੈ ਸੀਸ ਤੇ ਮਹਾਰਾਜ ਜੀ ਨੇ ਬੁੱਕਲ ਮਾਰੀ ਹੈ, ਤੇੜ ਕਸ਼ਹਿਰਾ, ਹੋਰ ਕੋਈ ਬਸਤਰ ਨਹੀਂ ਪਾਇਆ ਹੋਇਆ ਜੀ।
ਜਦੋਂ ਮਹਾਰਾਜ ਤੁਰੇ ਜਾਂਦੇ ਆ, ਸਿਪਾਹੀ ਨਾਲ ਨੇ, ਸਿੱਖ ਨਾਲ ਨੇ, ਲੋਕ ਪਛਾਣਦੇ ਆ ਵੀ ਕੌਣ ਤੁਰਿਆ ਜਾ ਰਿਹਾ। ਤੁਸੀਂ ਅੰਦਾਜ਼ਾ ਲਾਓ, ਪਛਾਣ ਦੇ ਵਿੱਚ ਸਤਿਗੁਰੂ ਜੀ ਦੇ ਫਰਕ ਪੈ ਗਿਆ। ਪਛਾਣ ਵਿੱਚ ਦੀ ਨੇੜੇ ਹੋ ਕੇ ਵੇਖਦੇ ਆ ਤੇ ਕਹਿੰਦੇ ਆ ਵੀ ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਹਨ। ਬੜੇ ਹੈਰਾਨ ਹੁੰਦੇ ਨੇ ਲੋਕ। ਹਾਂਜੀ। ਬਾਲ ਬਰਨ ਮੁਖ ਕੋ ਤਿਹ ਸਮੋ, ਭੋਜਨ ਕੀਓ ਨਾ ਪੀਓ ਪਾਣੀ। ਲਾਲ ਬਰਨ ਮੁਖ ਕੋ ਤਿਹ ਸਮੋ, ਲਾਲ ਮੂੰਹ ਹੋਇਆ ਮਹਾਰਾਜ ਜੀ ਦਾ ਜੀ। ਭੋਜਨ ਕੀਓ ਨਾ ਪੀਓ ਪਾਣੀ। ਸਰੀਰ ਹੈ ਨਾ, ਚੇਤਾ ਰੱਖਿਓ, ਭਾਵੇਂ ਗੁਰੂ ਸਾਹਿਬ ਨੂੰ ਲੋੜ ਨਹੀਂ ਹੈਗੀ, ਪਰ ਸਰੀਰ ਦਾ ਧਰਮ ਹੈ। ਸਰੀਰ ਦਾ ਧਰਮ ਵੀ ਇੱਕ ਪਾਸੇ ਰਿਹਾ। ਓਨੇ ਦਿਨ ਨਾ ਪ੍ਰਸ਼ਾਦਾ ਛਕਿਆ, ਨਾ ਪਾਣੀ ਪੀਤਾ ਜੀ। ਹਾਂਜੀ। ਦੁਰਬਲ ਤਨ ਸਜਾਏ ਖਲ ਠਾਨੀ। ਤੇ ਮੂਰਖ ਨੇ ਤਨ ਨੂੰ ਸਜਾ ਦੇਣ ਦਾ ਵੀ ਪੂਰਾ ਯਤਨ ਕੀਤਾ, ਤੇ ਮਹਾਰਾਜ ਜੀ ਦਾ ਸਰੀਰ ਕਮਜ਼ੋਰ ਹੋਇਆ ਪਿਆ ਜੀ। ਹਾਂਜੀ। ਹੇਰ ਹੇਰ ਨਰ ਉਰ ਬਿਸਮਾਵੈ। ਲੋਕ ਵੇਖ ਵੇਖ ਕੇ ਸੋਚਦੇ ਆ, ਅੰਦਾਜ਼ੇ ਲਾਉਂਦੇ ਆ ਵੀ ਕੌਣ ਜਾ ਰਿਹਾ। ਹਾਂਜੀ। ਕਿਆ ਇਨ ਦਸ਼ਾ ਭਈ ਗੁਰ ਜਾਵੈ। ਤੇ ਫਿਰ ਪਤਾ ਲੱਗਦਾ ਸਤਿਗੁਰੂ ਨੇ, ਤੇ ਲੋਕ ਬੈਰਾਗ ਕਰਦੇ ਵੀ ਇਹ ਕੀ ਦਸ਼ਾ ਹੋ ਗਈ ਮਹਾਰਾਜ ਦੇ ਸਰੀਰ ਦੀ, ਕੀ ਗੱਲ ਹੋ ਗਈ ਸਰੀਰ ਨੂੰ। ਹਾਂਜੀ। ਚਿੱਤ ਕੀ ਬ੍ਰਿਤ ਇੱਕ ਰਸ ਤੈਸੀ। ਪਰ ਇੱਕ ਗੱਲ ਬੜੀ ਹੈਰਾਨੀ ਵਾਲੀ ਹੈ, ਗੱਜ ਕੇ ਆਖੋ ਵਾਹਿਗੁਰੂ। ਸਰੀਰ ਦੇ ਪੱਲੇ ਸੰਗਤ ਜੀ ਬਾਹਰੀ ਤੌਰ ਤੇ ਮੈਂ ਕਹਾਂ ਤੇ ਕੁਝ ਨਹੀਂ ਹੈਗਾ, ਪਰ ਲੋਕ ਵੇਖ ਰਹੇ ਵੀ ਚਿੱਤ ਆਨੰਦ ਵਿੱਚ ਹੈਗਾ ਜੀ। ਅੰਦਰ ਨੂੰ ਫਰਕ ਨਹੀਂ ਪਿਆ। ਇਹ ਉਹ ਗੁਰੂ ਅਰਜਨ ਸਾਹਿਬ ਨੇ ਜਿਨ੍ਹਾਂ ਨੇ ਆਪ ਬਾਣੀ ਵਿੱਚ ਲਿਖਿਆ। ਕੀ ਲਿਖਿਆ? ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗਹਿ ਭੀਤਰ ਉਠ ਵਾਹੂ ਕੋ ਦੌਰਿਓ। ਜਿੱਧਰ ਮਾਲਕ ਨੇ ਭੇਜਿਆ ਉਧਰ ਗਏ ਗੁਰੂ ਅਰਜਨ ਸਾਹਿਬ। ਹਾਂਜੀ। ਕਿਆ ਇਨ ਦਸ਼ਾ ਭਈ ਗੁਰ ਜਾਵੈ, ਨਿਜਾਨੰਦ ਮੈਂ ਪੂਰਬ ਜੈਸੇ। ਤਨ ਪੀਰਾ ਤੇ ਡਿੱਗੀ ਨਾ ਸੋਈ। ਹਾਂਜੀ। ਮੇਰ ਹਿਲਾਏ ਨਾ ਜਿਮ ਨਰ ਕੋਈ। ਸੰਗਤ ਜੀ ਸਿੱਖ ਵੇਖ ਵੇਖ ਕੇ ਨਾਲ ਦੇ 5 ਸਿੱਖ ਜਿਹੜੇ ਉਹ ਵੀ ਵੇਖਣ ਦੇ ਆ, ਜਿਵੇਂ ਸੁਮੇਰ ਪਰਬਤ ਹਿਲਾਇਆ ਵੀ ਨਹੀਂ ਹਿਲਦਾ, ਸਤਿਗੁਰੂ ਜੀ ਦੀ ਅੰਦਰ ਦੀ ਬਿਰਤੀ ਇਸ ਤਰ੍ਹਾਂ ਟਿਕੀ ਹੋਈ ਹੈ ਜੀ। ਹਿਲਾਇਆ ਵੀ ਨਹੀਂ ਹਿਲ ਰਹੀ ਜੀ। ਚੇਤਾ ਰੱਖਿਓ, ਉਹ ਬਿਰਤੀ ਕਾਦੀ ਹੈਗੀ ਹੈ ਜਿਹੜੀ ਥੋੜੇ ਜਿਹੇ ਦੁੱਖ ਨਾਲ ਹਿਲ ਜਾਵੇ ਜੀ। ਇਹਦਾ ਮਤਲਬ ਬੰਦਾ ਅਜੇ ਬੜਾ ਪਿੱਛੇ ਹੈਗਾ ਜੀ, ਬੜਾ ਪਿੱਛੇ ਹੈਗਾ ਜੀ। ਹਾਂਜੀ। ਸਨੈ ਸਨੈ ਰਾਵੀ ਕੇ ਤੀਰ। ਕਰਦਿਆਂ ਕਰਦਿਆਂ ਭਾਈ ਪੁਰਾਣਾ ਜੀ ਦੇ ਮੋਢੇ ਤੇ ਹੱਥ ਰੱਖਿਆ, ਚਾਦਲ ਦੀ ਮੁੱਕਲ ਮਾਰੀ, ਸਰੀਰ ਛਾਲਿਆਂ ਨਾਲ ਭਰਿਆ ਹੋਇਆ ਸੱਚੀ ਸਰਕਾਰ ਦਾ। ਮਹਾਰਾਜ ਸਹਿਜੇ 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 ਚਰਨ ਰੱਖ ਰਹੇ ਹੈ, ਤੇ ਹੌਲੀ ਹੌਲੀ ਰਾਵੀ ਦੇ ਕੰਢੇ ਪਹੁੰਚੇ ਹੈ। ਹਾਂਜੀ। ਪਹੁੰਚੇ ਛੁਇਓ ਨੀਰ ਬੜ ਸੀਰ। ਜਦੋਂ ਮਹਾਰਾਜ ਪਹੁੰਚੇ ਹੈ, ਸਾਧ ਸੰਗਤ ਜੀ ਰਾਵੀ ਦੇ ਵਿੱਚ ਹੱਥ ਪਾਇਆ ਤੇ ਕੀ ਵੇਖਿਆ? ਰਾਵੀ ਦਾ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਜੀ। ਹਾਂਜੀ। ਕਰ ਪੰਕਜ ਤੇ ਮੁਖ ਅਰਬਿੰਦ। ਮਹਾਰਾਜ ਜੀ ਨੇ ਬਾਣੀ ਪੜ੍ਹਨੀ ਹੈ। ਪਤਾ ਬਾਣੀ ਪੜ੍ਹਨ ਦੀ ਮਰਿਆਦਾ 'ਚ ਬਹੁਤ ਸਿੱਖਾਂ ਨੂੰ ਨਹੀਂ ਪਤਾ। ਹੱਥ ਧੋਤੇ ਹੈ, ਮੁਖ ਧੋਤਾ ਗੁਰੂ ਅਰਜਨ ਦੇਵ ਜੀ ਨੇ। ਹਾਂਜੀ। ਕਰਿਓ ਪਖਾਰਨ ਧੀਰ ਮੁਕੰਦ। ਮਹਾਰਾਜ ਜੀ ਨੇ ਮੁਖ ਧੋਤਾ, ਹੱਥ ਧੋਤੇ ਹੈ। ਹਾਂਜੀ। ਬ੍ਰਿੰਦ ਚੁਰੇ ਕਰ ਮੁਖ ਸਿਤ ਲਾਇਓ। ਤੇ ਅੰਦਰ ਦਾ ਟੈਂਪਰੇਚਰ ਹੈ ਨਾ ਜਿਹੜਾ, ਬੜਾ ਗਰਮ ਹੋਇਆ ਪਿਆ ਸਰੀਰ ਦਾ ਜੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਈ ਦਿਨਾਂ ਬਾਅਦ ਅਧ ਮੁਖ 'ਚ ਪਾਣੀ ਪਾਇਆ ਜੀ। ਪੀਣ ਵਾਸਤੇ ਨਹੀਂ ਪਾਇਆ, ਚੁਲੇ ਕਰਨ ਲਈ ਪਾਇਆ ਜੀ। ਭਾਈ ਸਾਹਿਬ ਲਿਖਦੇ ਆ, ਕਹਿੰਦੇ ਕੁਝ ਚੁਲੇ ਕੀਤੇ ਸੱਚੀ ਸਰਕਾਰ ਗੁਰੂ ਅਰਜਨ ਸਾਹਿਬ ਜੀ ਨੇ ਜੀ, ਤਾਂ ਕਿ ਅੰਦਰ ਦਾ ਟੈਂਪਰੇਚਰ ਜਿਹੜਾ ਉਹ ਸਹੀ ਹੋਵੇ ਜੀ। ਹਾਂਜੀ। ਮਹਾ ਉਸ਼ਨਤਾ ਜੋ ਤਪਤਾਇਓ। ਜਿਹੜਾ ਅੰਦਰ ਬਹੁਤ ਗਰਮੀ ਨਾਲ ਸਰੀਰ ਤਪਿਆ ਪਿਆ ਸੀਗਾ, ਮੁਖ ਤਪਿਆ ਪਿਆ ਸੀ, ਉਹਦੇ ਵਿੱਚ ਮਹਾਰਾਜ ਨੇ ਚੁਲੇ ਕੀਤੇ ਜੀ। ਹਾਂਜੀ। ਗਹਿ ਪਦ ਪਦਮ ਲੰਗਾਹ ਪਰੇ ਰੇ। ਤੇ ਹੁਣ
ਭਾਈ ਲੰਗਾ ਨੂੰ ਬੜੀ ਵੱਡੀ ਸੇਵਾ ਮਿਲੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਆਪਾਂ ਗੁਰੂ ਦੀ ਹਜ਼ੂਰੀ ਵਿੱਚ ਵੀ ਆਉਣਾ ਹੁੰਦਾ ਨਾ, ਤੇ ਮੈਨੂੰ ਮਾਫ ਕਰਿਓ, ਪੈਰ ਧੋਣ ਲੱਗਿਆ ਕੁਝ ਹੁੰਦਾ ਸਾਨੂੰ ਜੀ, ਕੁਝ ਹੁੰਦਾ ਪਰ ਗਰਮੀਆਂ 'ਚ ਤੇ ਧੋ ਲੈਂਦੇ 'ਚ, ਤੇ ਸਰਦੀਆਂ ਵਿੱਚ ਜੇ ਕਿਸੇ ਨੂੰ ਕਹਿ ਦਈਏ ਨਾ ਭਾਈ ਜਰਾਬਾਂ ਹੀ ਲਾ ਦੇ, ਤੇ ਉਹਦੇ ਦੁਸ਼ਮਣ ਅਸੀਂ ਬਣ ਜਾਂਦੇ ਆ। ਮੈਨੂੰ ਮਾਫ ਕਰਿਓ, ਇੰਨੀ ਜ਼ਿਆਦਾ ਹਉਮੈ ਅੰਦਰ ਵੜੀ ਪਈ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਆਉਣਾ ਹੁੰਦਾ ਤੇ ਗੰਦੀਆਂ ਜਰਾਬਾਂ ਦੇ ਨਾਲ ਆਈ ਜਾਂਦੇ ਜੀ, ਗੰਦੇ ਪੈਰਾਂ ਨਾਲ ਆਈ ਜਾਂਦੇ ਆ। ਤੇ ਕਾਹਦਾ ਸਾਡਾ ਪਿਆਰ ਹੈ, ਕਾਹਦੇ ਅਸੀਂ ਸਿੱਖ ਬਣੇ ਫਿਰਦੇ ਹਾਂ। ਇਹ ਢੋਂਗ ਹੀ ਹੈਗਾ ਸਾਰਾ ਜੀ। ਗੁਰੂ ਜੀ ਨੇ ਬਾਣੀ ਪੜ੍ਹਨੀ, ਮਹਾਰਾਜ ਜੀ ਦੇ ਚਰਨ ਸੜੇ ਹੋਏ ਨੇ। ਮੈਨੂੰ ਮਾਫ ਕਰਿਓ, ਇਹ ਸ਼ਬਦ ਕਹਿਣੇ ਪੈ ਰਹੇ ਆ। ਭਾਈ ਲੰਗਾ ਨੇ ਮੇਰੇ ਸਤਿਗੁਰੂ ਜੀ ਦੇ ਚਰਨ ਧਵਾਏ ਆ ਜੀ, ਉਸ ਸਮੇਂ ਵੀ ਚਰਨ ਧਵਾਏ ਆ। ਹਾਂਜੀ, ਪ੍ਰਵਿਸ਼ੇ ਜਲ ਮੈਂ ਮੱਜਨ ਧਾਰੇ, ਚਰਨ ਧਵਾਏ ਆ। ਤੇ ਫਿਰ ਪੜਿਓ ਪਹਿਲੀ ਪੰਕਤੀ, ਗਹਿ ਪਦ ਪਦਮ ਲੰਗਾਹ ਪਖਾਰੇ। ਚਰਨ ਫੜ ਕੇ ਸਾਫ਼ ਕੀਤੇ ਆ ਚੰਗੀ ਤਰ੍ਹਾਂ। ਫਿਰ ਮਹਾਰਾਜ ਰਾਵੀ ਦੇ ਵਿੱਚ ਇਸ਼ਨਾਨ ਕੀਤਾ ਹੈ ਜੀ। ਇਸ਼ਨਾਨ ਦਾ ਵੀ ਬੜਾ ਬਹਾਨਾ ਚ। ਚਲੋ ਬਜ਼ੁਰਗ ਸਰੀਰ ਹੋਵੇ, ਮੈਂ ਉਹਨੂੰ ਨਹੀਂ ਕਹਿੰਦਾ, ਪਰ ਬਾਣੀ ਪੜ੍ਹਨੀ ਗੁਰੂ ਜੀ ਨੇ, ਮਹਾਰਾਜ ਆਪ ਆਪਣਾ ਇਸ਼ਨਾਨ ਕਰ ਰਹੇ ਹੈ। ਵੈਸੇ ਵੀ ਕੋਈ ਸਰੀਰ ਤਿਆਗੇ, ਸੰਗਤ ਜੀ ਉਹਦਾ ਇਸ਼ਨਾਨ ਕਰਾਇਆ ਜਾਂਦਾ ਹੈ। ਗੁਰੂ ਜੀ ਨੇ ਆਪੇ ਹੀ ਆਪਣਾ ਇਸ਼ਨਾਨ ਕੀਤਾ ਜੀ। ਹਾਂਜੀ, ਬਾਹਰ ਨਿਕਸਪਟ ਸ਼ੁਸ਼ਕ ਲਿਓ ਹੈ। ਬਾਹਰ ਨਿਕਲੇ ਸੱਚੇ ਪਾਤਸ਼ਾਹ। ਭਾਈ ਲੰਗਾ ਨੇ ਮਹਾਰਾਜ ਜੀ ਦੇ ਚਰਨ ਜਿਹੜੇ ਆ ਨਾ, ਆਪਣੇ ਗਲ ਦੇ ਪਰਨੇ ਦੇ ਨਾਲ ਸਾਫ਼ ਕੀਤੇ ਜੀ ਚੰਗੀ ਤਰ੍ਹਾਂ ਜੀ। ਕਿੱਡੀ ਵੱਡੀ ਸੇਵਾ ਮਿਲੀ। ਅਮੀਰ ਬਹੁਤ ਹੈ। ਮੈਂ ਉਦਣ ਵੀ ਬੇਨਤੀ ਕੀਤੀ, 3 ਲੱਖ ਰੁਪਈਆ ਸਾਲ ਦਾ ਟੈਕਸ ਤਾਰਦਾ ਭਾਈ ਲੰਗਾ ਉਸ ਸਮੇਂ ਜੀ। ਕਿੰਨਾ ਅਮੀਰ ਹੋਏਗਾ। ਮਹਾਰਾਜ ਗਰੀਬ ਨਵਾਜ ਬਾਹਰ ਆਏ, ਇੱਕ ਖੁਸ਼ਕ ਕੱਪੜਾ ਲਿਆ ਜੀ। ਹਾਂਜੀ, ਦੇਹ ਅਸ਼ਾਦਨ ਪੁਨਹੁ ਕੀਐ ਹੈ। ਉਹ ਚਾਦਰ ਲਈ ਇਸ਼ਨਾਨ ਕਰਕੇ, ਜਿਵੇਂ ਲੋਈ ਦੀ ਬੁੱਕਲ ਮਾਰ ਕੇ ਬੈਠੀਦਾ, ਮਹਾਰਾਜ ਜੀ ਨੇ ਉਹ ਬੁੱਕਲ ਮਾਰ ਲਈ ਤੇ ਸਰੀਰ ਦੇ ਛਾਲੇ ਢੱਕ ਲਏ ਜੀ ਆਪਣੇ ਜੀ। ਹਾਂਜੀ, ਜਪੁ ਜੀ ਪਾਠ ਕਰਤ ਔਰ ਪ੍ਰੇਮਾ। ਵਾਹਿਗੁਰੂ ਆਖੋ ਵਾਹਿਗੁਰੂ। ਵਾਹਿਗੁਰੂ ਪੂਰਾ ਜੁੜ ਕੇ ਕਹੋ ਵਾਹਿਗੁਰੂ। ਵਾਹਿਗੁਰੂ ਫਿਰ ਕਹੋ ਵਾਹਿਗੁਰੂ। ਸੰਗਤ ਜੀ, ਇਸ਼ਨਾਨ ਕਰਕੇ ਨਾ ਮੇਰੇ ਸਤਿਗੁਰੂ ਜੀ ਨੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਜੀ ਦਾ ਪਾਠ ਬੜੇ ਪ੍ਰੇਮ ਨਾਲ ਬੋਲ ਕੇ ਕੀਤਾ ਜੀ। ਜਿਹੜਾ ਜਪਜੀ ਸਾਹਿਬ ਸੰਗਤ ਦੀ ਆਪਾਂ ਜਿਹਨੂੰ ਯਾਦ ਹੋਵੇ ਚੁੱਪ ਹੀ ਰਹਿ ਕੇ ਕਰ ਜਾਂਦੇ, ਵੀ ਅੰਦਰ ਅੰਦਰ ਹੀ ਕਰ ਦਈਏ। ਉਹ ਤੇ ਹਾਲਾਤ ਸਰੀਰ ਦੀ ਬੋਲਣ ਦੀ ਹੈ ਹੀ ਨਹੀਂ ਵੀ ਮਹਾਰਾਜ ਕੋਈ ਗੱਲ ਕਰਨ ਦੀ। ਬੋਲ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਜੋ ਸਿੱਖਨ ਕੀ ਠਾਨਤ ਛੇਮਾ। ਜਿਹੜਾ ਜਪਜੀ ਸਾਹਿਬ ਸਿੱਖਾਂ ਦੀ ਕਲਿਆਣ ਕਰਦਾ ਹੈ, ਸਦਾ ਹੀ ਕਲਿਆਣ ਕਰਦਾ ਜਪਜੀ ਸਾਹਿਬ। ਚੇਤਾ ਰੱਖਿਓ, ਮੈਨੂੰ ਬੜੀ ਨਮੋਸ਼ੀ ਹੁੰਦੀ ਹੈ ਇਹ ਗੱਲ ਕਹਿਣ ਲੱਗਿਆ। 550 ਸਾਲ ਹੋ ਗਏ ਪੰਥ ਨੂੰ। ਅੱਜ ਤੱਕ ਅਸੀਂ ਆਪਣੇ ਬੱਚਿਆਂ ਨੂੰ, ਵੱਡਿਆਂ ਵਡੇਰਿਆਂ ਨੂੰ, ਵਿਰਲੇ ਹੀ ਨੇ ਜਿਨ੍ਹਾਂ ਨੂੰ ਜਪਜੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਯਾਦ ਹੈਗਾ ਜੀ। ਪਿਆਰਿਓ, ਰਹਿਤਨਾਮੇ 'ਚ ਬੜੇ ਸਖਤ ਸ਼ਬਦ ਲਿਖੇ ਜੀ, ਬੜੇ ਸਖਤ ਸ਼ਬਦ ਲਿਖੇ ਹੈ। ਕਹਿੰਦੇ ਸਿੱਖ ਹੋਵੇ ਤੇ ਜਪਜੀ ਸਾਹਿਬ ਯਾਦ ਹੀ ਨਾ ਹੋਵੇ, ਉਹ ਭੇਖੀ ਹੈ, ਉਹ ਮੂਰਖ ਹੈ। ਸਿੱਖਾਂ ਦੀ ਕਲਿਆਣ ਕਰਨ ਵਾਲਾ ਜਪਜੀ ਸਾਹਿਬ ਦਾ ਪਾਠ ਮਹਾਰਾਜ ਜੀ ਨੇ ਕੀਤਾ ਜੀ। ਸਿੱਖਾਂ ਦੀ ਸ਼ਬਦ ਇੱਕ ਬਾਹਰੀ ਤੌਰ ਤੇ ਹੈ, ਭਾਵੇਂ ਜਪਜੀ ਸਾਹਿਬ ਸੰਗਤ ਜੀ ਸਾਰਿਆਂ ਦੀ ਕਲਿਆਣ ਕਰਦਾ। ਹਿੰਦੂ ਪੜ੍ਹ ਲੈ, ਮੁਸਲਮਾਨ ਪੜ੍ਹ ਲੈ। ਹਾਂਜੀ, ਪੁੰਨ ਪੰਚਹੁ ਸਿੱਖ ਕੀਨ ਸ਼ਨਾਨੇ। ਹਾਂਜੀ, ਗੁਰਬਾਣੀ ਕੋ ਪਾਠ ਬਖਾਨੇ। ਮਹਾਰਾਜ ਜੀ ਨੂੰ ਇਸ਼ਨਾਨ ਕੀਤਾ ਮਹਾਰਾਜ ਜੀ ਨੇ ਤੇ ਪਾਠ ਆਰੰਭ ਕੀਤਾ। ਤੇ ਫਿਰ ਬਾਬਾ ਵਿਧੀ, ਬੱਚੇ ਨੂੰ ਟਿਕਾ ਦਿਓ, ਸੁਰਤ ਖਿੰਡਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਇਸ਼ਨਾਨ ਕੀਤਾ ਤੇ ਫਿਰ ਸਿੱਖਾਂ ਨੇ ਇਸ਼ਨਾਨ ਕੀਤਾ ਜੀ। ਹਾਂਜੀ, ਗੁਰਬਾਣੀ ਕੋ ਪਾਠ ਬਖਾਨੇ। ਫਿਰ ਉਹ ਵੀ ਬਾਣੀ ਦਾ ਪਾਠ ਕਰਨ ਲੱਗ ਪਏ ਜੀ। ਇਸ਼ਨਾਨ ਕਰਕੇ ਨਾ ਬਾਣੀ ਦਾ ਪਾਠ ਕਰਨ ਲੱਗ ਪਏ।
ਹਾਂਜੀ ਖਰੇ ਭਏ ਸਤਿਗੁਰ ਪਰਵਾਰ, ਹਾਂਜੀ ਜਪ ਜੀ ਪਾਠ ਸੁਨਿਓ ਨਿਰਧਾਰ। ਗੱਜ ਕੇ ਆਖੋ ਸਿੱਖ ਲਾਗੇ ਖਲੋਗੇ ਜੀ, ਤੇ ਗੁਰੂ ਅਰਜਨ ਦੇਵ ਜੀ ਆਪ ਆਪਣੇ ਮੁਖ ਤੋਂ ਬਾਣੀ ਪੜ੍ਹਦੇ ਆ, ਤੇ ਸਿੱਖ ਜਿਵੇਂ ਲਾਗੇ ਪਰਿਵਾਰ ਬਹਿ ਕੇ ਬਾਣੀ ਨਹੀਂ ਸੁਣਦਾ ਜੀ, ਬਾਣੀ ਨਹੀਂ ਸੁਣਦਾ ਜੀ, ਉਵੇਂ ਸੰਗਤ ਜੀ ਬਾਣੀ ਸੁਣੀ ਸਿੱਖਾਂ ਨੇ ਜੀ। ਹਾਂਜੀ ਭੋਗ ਪਾਏ ਕਰ ਸੀਸ ਨਿਵਾਇਓ, ਭੋਗ ਪਾਇਆ ਜੀ, ਗੁਰੂ ਜੀ ਨੇ ਆਪ ਪਾਠ ਕੀਤਾ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਭੋਗ ਪਾਇਆ ਜੀ। ਹਾਂਜੀ ਤੇ ਫਿਰ ਦੁਬਾਰਾ ਪੜਿਓ। ਭੋਗ ਪਾਏ ਕਰ ਸੀਸ ਨਿਵਾਇਓ, ਪਾਠ ਦਾ ਭੋਗ ਪਾ ਕੇ ਗੁਰੂ ਅਰਜਨ ਦੇਵ ਜੀ ਨੇ ਸਿਰ ਨਵਾਇਆ। ਸਾਰੀ ਮਰਿਆਦਾ ਸਿੱਖਣੀ ਪੈਣੀ ਹੈ। ਬਣੇ ਤੇ ਫਿਰਦੇ ਸਿੱਖ, ਮੈਨੂੰ ਮਾਫ ਕਰਿਓ, ਮੈਂ ਵੀ ਵਿੱਚ ਹੀ ਹਾਂ। ਬਾਣੀ ਪੜਨ ਨੇ ਕੋਈ ਨਹੀਂ ਪਤਾ ਕੀ ਹੋ ਰਿਹਾ ਜੀ, ਕੋਈ ਨਹੀਂ ਪਤਾ ਸਾਨੂੰ ਜੀ। ਪਾਠ ਸੰਪੂਰਨ ਹੋਇਆ, ਗੁਰੂ ਅਰਜਨ ਦੇਵ ਜੀ ਨੇ ਸਿਰ ਨਵਾਇਆ ਜੀ। ਰਹਿਤਨਾਮਿਆਂ ਦੇ ਬੋਲ ਸੁਣ ਲਓ। ਸ਼ਬਦ ਭੋਗ ਨਿਵਾਵਹਿ ਨਹਿ ਸੀਸ, ਤਾਂ ਕੋ ਮਿਲੇ ਨਾ ਕਬਹੂ ਜਗਦੀਸ਼। ਬਾਣੀ ਦੇ ਸ਼ਬਦ ਦਾ ਭੋਗ ਪਵੇ ਤੇ ਸਿਰ ਨਵਾਵੇ ਜੀ, ਤੇ ਜੇ ਨਹੀਂ ਬਾਣੀ ਦੇ ਸਤਿਕਾਰ 'ਚ ਸਿਰ ਨਵਾਉਂਦਾ, ਰੱਬ ਨਹੀਂ ਮਿਲ ਸਕਦਾ ਉਹਨੂੰ ਜੀ। ਰਹਿਤਨਾਮਿਆਂ ਦੇ ਬੋਲ ਆ। ਸਿਰ ਤੇ ਉਹ ਨਵਾਏਗਾ ਨਾ ਜਿਹਦਾ ਧਿਆਨ ਹੋਏਗਾ ਜੀ, ਤੇ ਜਿਹਦਾ ਧਿਆਨ ਹੀ ਨਹੀਂ ਉਹਨੇ ਸਿਰ ਕੀ ਨਵਾਉਣਾ ਹੈ ਜੀ। ਮਹਾਰਾਜ ਜੀ ਨੇ ਪਾਠ ਸੰਪੂਰਨ ਕੀਤਾ, ਸਿਰ ਨਵਾਇਆ ਜੀ। ਹਾਂਜੀ ਪੁੰਨ ਸਿੱਖਨ ਸਨ ਬਾਕ ਅਲਾਇਓ, ਫਿਰ ਮਹਾਰਾਜ ਹੁਣ ਸਰੀਰ ਤਿਆਗਣ ਲੱਗੇ ਆ, ਤੇ ਗੁਰਸਿੱਖਾਂ ਨੂੰ ਇਸ ਤਰ੍ਹਾਂ ਬਚਨ ਕੀਤਾ ਮਹਾਰਾਜ ਨੇ ਪੰਜਾਂ ਨੂੰ। ਹਾਂਜੀ ਅਬ ਹਮ ਚਾਹੈ ਪਰਲੋਕ ਪਿਆਨਾ। ਮਹਾਰਾਜ ਬਾਣੀ ਪੜ੍ਹ ਕੇ ਕਹਿ ਰਹੇ, ਮਹਾਰਾਜ ਕਹਿੰਦੇ ਭਾਈ ਪਿਆਰਿਓ ਹੁਣ ਅਸੀਂ ਸਰੀਰ ਛੱਡਣਾ, ਮਹਾਰਾਜ ਕਹਿੰਦੇ ਪਰਲੋਕ ਜਾਣਾ। ਹਾਂਜੀ ਚਿਤ ਜਿਮ ਕਹਿਤ ਸਕਲ ਹਮ ਠਾਨਾ। ਫਿਰ ਪੜੋ ਉਂਗਲ ਚਿਤ ਜਿਮ ਕਹਿਤ ਸਕਲ ਹਮ ਠਾਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਸਾਡਾ ਚਿੱਤ ਸੋਚ ਰਿਹਾ ਨਾ, ਉਹ ਤੁਹਾਨੂੰ ਕਹਿਣ ਲੱਗੇ ਆ, ਉਵੇਂ ਹੀ ਕਰਨਾ ਜੇ ਤੁਸੀਂ। ਬਾਬਾ ਬਿਧੀ ਚੰਦ, ਭਾਈ ਪੈੜਾ, ਭਾਈ ਪਿਰਾਣਾ, ਜੇਠਾ ਜੀ, ਲੰਗਾਹ ਜੀ, ਸਤਿਗੁਰੂ ਜੀ ਦੇ ਬਚਨ ਸੁਣ ਰਹੇ ਬੜੇ ਬੈਰਾਗੀ ਹੋ ਕੇ ਜੀ। ਹਾਂਜੀ ਸ੍ਰੀ ਹਰਗੋਬਿੰਦ ਸੰਗਮ ਲੀਜੈ। ਸਾਡੇ ਸਰੀਰ ਤਿਆਗਣ ਤੋਂ ਬਾਅਦ ਅੰਮ੍ਰਿਤਸਰ ਜਾਣਾ, ਸਾਡੇ ਪੁੱਤਰ ਹਰਗੋਬਿੰਦ ਜੀ ਨੂੰ ਮਿਲਣਾ ਜਾ ਕੇ। ਹਮ ਦਿਸ਼ ਤੇ ਬਹੁ ਧੀਰਜ ਦੀਜੈ। ਤੇ ਸਾਡੇ ਵੱਲੋਂ ਧੀਰਜ ਦੇਣਾ, ਉਹਨਾਂ ਨੂੰ ਹੌਸਲਾ ਦੇਣਾ। ਬਾਪ ਦੀ ਮ੍ਰਿਤਿੂ ਬੜੀ ਵੱਡੀ ਗੱਲ ਹੁੰਦੀ ਸੰਗਤ ਜੀ। ਹਾਂਜੀ ਕਰਹੁ ਨਾ ਸ਼ੋਕ ਗੋਬਿੰਦ ਗੁਣ ਗਾਵੋ। ਸਾਡੇ ਪੁੱਤਰ ਨੂੰ ਕਹਿਣਾ ਸ਼ੋਕ ਨਹੀਂ ਕਰਨਾ, ਵਾਹਿਗੁਰੂ ਜੀ ਦੇ ਗੁਣ ਗਾਉਣੇ ਆ। ਹਾਂਜੀ ਅਪਰ ਸਰਬ ਕੋ ਕਹੋ ਮਿਟਾਵੋ। ਬਾਕੀ ਸਾਰੇ ਦੁੱਖ ਨਾਮ ਨਾਲ ਹੀ ਮਿਟਦੇ ਆ। ਇਹ ਸਾਡੇ ਵੱਲੋਂ ਧੀਰਜ ਦੇਣਾ, ਬਾਕੀਆਂ ਦੇ ਦੁੱਖ ਵੀ ਤੁਸਾਂ ਹੀ ਮਿਟਾਉਣੇ ਆ। ਹਾਂਜੀ ਸਾਯੁਧ ਹੋਏ ਤਖਤ ਪਰ ਰਾਜੋ। ਹਾਂਜੀ ਜਥਾ ਸ਼ਕਤ ਸੈਨਾ ਸੰਗ ਸਾਜੋ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਕਿ ਇੱਕ ਕੰਮ ਉਹਨਾਂ ਨੂੰ ਕਹਿਣਾ ਕਰਨਾ ਸਾਡੇ ਸਰੀਰ ਤਿਆਗਣ ਤੋਂ ਬਾਅਦ। ਉਹ ਕਿਹੜਾ? ਉਹ ਇਹ ਹੈ ਕਿ ਸ਼ਸਤਰ ਸਜਾਉਣੇ ਆ ਤੇ ਤਖਤ ਦੇ ਉੱਤੇ ਬੈਠਣਾ, ਤਖਤ ਸਾਜਣਾ। ਹਾਂਜੀ ਸ਼੍ਰੀ ਗੁਰ ਅਮਰਦਾਸ ਕੀ ਅੰਸ। ਨਿਕਟ ਹਕਾਰੋ ਕੁਲ ਅਵਤੰਸ਼। ਪ੍ਰਥਮ ਰੀਤ ਕਰ ਲੀਜੈ ਟੀਕਾ। ਸਕਲ ਵੱਡਨ ਸੰਗ ਕਹਿ ਬਚਨੀਕਾ। ਸਾਰੇ ਵੱਡੇ ਵਡੇਰਿਆਂ ਨੂੰ ਸੱਦ ਲਿਓ, ਗੁਰੂ ਅਮਰਦਾਸ ਜੀ ਦੀ ਅੰਸ ਬੰਸ ਨੂੰ ਸੱਦ ਲਿਓ। ਹਾਂਜੀ ਬ੍ਰਿਧ ਆਦਿਕ ਸਿੱਖਨ ਸਨਮਾਨੋ। ਤੇ ਉਹ ਫਿਰ ਤੁਹਾਨੂੰ ਗੁਰਤਾ ਗੱਦੀ ਦਾ ਤਿਲਕ ਦੇਣਗੇ। ਤੇ ਕਮਾਲ ਦੀ ਗੱਲ ਹੈ, ਗੁਰੂ ਅਰਜਨ ਦੇਵ ਜੀ ਸਰੀਰ ਤਿਆਗਣ ਲੱਗੇ ਤੇ ਬਾਬਾ ਬੁੱਢਾ ਜੀ ਦਾ ਚੇਤਾ ਆਇਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਸੰਗਤ ਜੀ, ਬਾਬਾ ਬੁੱਢਾ ਜੀ ਦਾ ਗੁਰੂ ਘਰ 'ਚ ਬੜਾ ਹੀ ਸਤਿਕਾਰ ਹੈ। ਬਾਬਾ ਬੁੱਢਾ ਜੀ ਦਾ ਚੇਤਾ ਆਇਆ। ਮਹਾਰਾਜ ਕਹਿੰਦੇ ਸਾਡੇ ਪੁੱਤਰ ਹਰਗੋਬਿੰਦ ਜੀ ਨੂੰ ਆਖਿਓ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਨਾ। ਕਹਿਣ ਲੱਗੇ
ਕਿਤੇ ਬਾਬਾ ਬੁੱਢਾ ਜੀ ਨੂੰ ਐਵੇਂ ਹੀ ਨਾ ਜਾਣਨਾ, ਸਤਿਕਾਰ ਕਰਨਾ। ਹਾਂਜੀ, ਪੁਰਾ ਗੁਰਨ ਕੀ ਰੀਤ ਪਰ ਮੰਨ ਹੋ। ਪੂਰੇ ਗੁਰੂਆਂ ਦੀ ਰੀਤ ਹੁਣ ਉਹਨਾਂ ਨੇ ਨਿਭਾਉਣੀ ਹੈ, ਇਹ ਸਾਡੇ ਪੁੱਤਰ ਨੂੰ ਕਹਿ ਦਿਓ। ਹਾਂਜੀ, ਨਈ ਰੀਤ ਇੱਕ ਰਣ ਕੀ ਕੀਜੈ ਹੈ। ਪਹਿਲੇ ਗੁਰੂਆਂ ਵਾਲੀ ਸਾਰੀ ਰੀਤੀ ਕਰਨੀ। ਅੰਮ੍ਰਿਤ ਵੇਲੇ ਦੀਵਾਨ ਸਜਾਉਣਾ, ਲੰਗਰ ਚੱਲਣ, ਸ਼ਬਦ ਚੱਲਣ, ਸੰਗਤਾਂ ਆਉਣ, ਸੰਗਤਾਂ ਨੂੰ ਨਾਮ ਦੀਆਂ ਦਾਤਾਂ ਦੇਣੀਆਂ ਨੇ। ਪਰ ਇੱਕ ਹੀ ਕੰਮ ਨਵਾਂ ਕਰਨਾ, ਉਹ ਕੀ ਹੈ? ਨਈ ਰੀਤ ਇੱਕ ਰਣ ਕੀ ਕੀਜੈ। ਜੰਗ ਯੁੱਧ ਕਰਨੇ ਆ, ਸ਼ਸਤਰ ਰੱਖਣੇ ਆ। ਹਾਂਜੀ, ਅਪਰ ਪ੍ਰਥਮ ਸਮ ਗਤੀ ਚਲੀਜੈ। ਬਾਕੀ ਪਹਿਲੇ ਗੁਰੂਆਂ ਵਾਂਗੂ ਹੀ ਚੱਲਣਾ ਹੈ, ਬਸ ਸ਼ਸਤਰ ਰੱਖਣੇ ਆ ਤੇ ਜੰਗ ਕਰਨੀ ਹੈ। ਹਾਂਜੀ, ਦਾਹ ਦੇਹ ਨਹਿ ਕਰੋ ਹਮਾਰੀ। ਸਤਿਗੁਰੂ ਜੀ ਨੇ ਸਿੱਖਾਂ ਨੂੰ ਆਖਿਆ, ਗੁਰਸਿੱਖ ਬੈਰਾਗ ਕਰ ਰਹੇ। ਮਹਾਰਾਜ ਕਹਿੰਦੇ, ਭਾਈ ਪਿਆਰਿਓ, ਸਾਡੇ ਸਰੀਰ ਦਾ ਸੰਸਕਾਰ ਕਰਨ ਦੀ ਲੋੜ ਨਹੀਂ ਹੈਗੀ। ਕਹਿਣ ਲੱਗੇ, ਕਿਉਂ ਕਿਹਾ? ਸੰਸਕਾਰ ਤੇ ਪਹਿਲਾਂ ਹੀ ਹੋਇਆ ਪਿਆ ਸਾਧ ਸੰਗਤ ਜੀ। ਆਮ ਬੰਦਾ ਹੋਵੇ ਕਦੋਂ ਦਾ ਹੀ ਚਾਲਾ ਮਾਰ ਜੇ ਜੀ। ਸਰੀਰ ਗਲਿਆ ਹੈ, ਸੜਿਆ ਹੈ। ਮੈਨੂੰ ਮਾਫ ਕਰਿਓ, ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ। ਇਹਦੇ ਵਿੱਚ ਆਤਮਾ ਜਿਉਂ ਦੀ ਤਿਉਂ ਹੈ। ਖੁਸ਼ੀ ਨਾਲ ਗੁਰੂ ਜੀ ਬਚਨ ਕਰਨ ਦੇ ਹੈ, ਗੁਰੂ ਹੋਣ ਕਰਕੇ ਸਭ ਕੁਝ ਕਰਨ ਦੇ ਹੈ। ਆਮ ਬੰਦਾ ਪਹਿਲੇ ਦਿਨ ਹੀ ਚਾਲਾ ਮਾਰ ਜਾਂਦਾ ਜੀ। ਮਰ ਕਹਿੰਦੇ ਸੰਸਕਾਰ ਨਹੀਂ ਕਰਨਾ ਸਾਡਾ। ਹਾਂਜੀ, ਦੇਹੋ ਪ੍ਰਵਾਹ ਇਸ ਸਲਤਾ ਬਾਰੀ। ਇਸੇ ਹੀ ਰਾਵੀ ਵਿੱਚ ਸਾਡਾ ਸਰੀਰ ਪ੍ਰਵਾਹ ਕਰ ਦੇਣਾ। ਕਹਿਣ ਲੱਗੇ, ਰਾਵੀ ਵਿੱਚ ਸਰੀਰ ਪ੍ਰਵਾਹ ਕਰ ਦੇਣਾ। ਦਰਸ਼ਨ ਹਮਰੋ ਇਹ ਦਰਿਆਓ। ਤੇ ਜੇ ਸਾਡੇ ਦਰਸ਼ਨ ਕਰਨੇ ਹੋਣ ਨਾ, ਤੇ ਰਾਵੀ ਨੂੰ ਆ ਕੇ ਵੇਖ ਲਿਆ ਕਰਿਓ। ਕਹਿਣ ਲੱਗੇ, ਹਾਂਜੀ, ਉੱਤਰ ਦਿਸ਼ ਸਿਰ ਦਸ਼ਣ ਪਾਓ। ਮਹਾਰਾਜ ਕਹਿਣ ਲੱਗੇ, ਜਦੋਂ ਸਾਨੂੰ ਪ੍ਰਵਾਹ ਕਰਨਾ ਨਾ ਤੁਸਾਂ, ਸਾਡਾ ਉੱਤਰ ਵਾਲੇ ਪਾਸੇ ਸਿਰ ਹੋਵੇ ਤੇ ਦੱਖਣ ਵਾਲੇ ਪਾਸੇ ਸਾਡੇ ਚਰਨ ਹੋਣ। ਕਹਿਣ ਲੱਗੇ, ਰਾਵੀ ਦਾ ਉੱਪਰ ਵਾਲਾ ਪਾਸਾ, ਉੱਤਰ ਵਾਲਾ ਪਾਸਾ ਸਿਰ ਹੋਏਗਾ, ਦੱਖਣ ਵਾਲਾ ਪਾਸਾ ਸਾਡੇ ਚਰਨ ਹੋਣਗੇ। ਇਹ ਸਤਿਗੁਰੂ ਜੀ ਨੇ ਬਚਨ ਕੀਤਾ ਸਾਧ ਸੰਗਤ ਜੀ। ਹਾਂਜੀ, ਏਕ ਰਬਾਬੀ ਤਬ ਚਲ ਆਇਓ। ਵੇਖੋ ਕਮਾਲ ਦੀ ਗੱਲ, ਉਸ ਸਮੇਂ ਇੱਕ ਰਬਾਬੀ ਉੱਥੇ ਚੱਲ ਕੇ ਆ ਗਿਆ ਜੀ। ਹਾਂਜੀ, ਹਾਥ ਦੋ ਤਾਰਾ ਗੁਰ ਦਰਸਾਇਓ। ਉਹਦੇ ਹੱਥ 'ਚ 2 ਤਾਰਾ ਸੀ। ਇਹ ਸਾਜ ਦਾ ਨਾਮ ਹੈ ਜੀ, 2 ਤਾਰਾ। 2 ਤਾਰਾ ਹੱਥ 'ਚ ਸੀ। ਗੁਰੂ ਜੀ ਦੇ ਉਹਨੇ ਦਰਸ਼ਨ ਕੀਤੇ ਆ ਕੇ ਜੀ। ਹਾਂਜੀ, ਕਹਿਓ ਤਾਹੇ ਕੋ ਕੀਰਤਨ ਕਰੋ। ਮਹਾਰਾਜ ਉਹਨੂੰ ਕਹਿਣ ਲੱਗੇ, ਭਾਈ ਪਿਆਰਿਆ, ਕੀਰਤਨ ਕਰ ਕੀਰਤਨ। ਮੈਂ ਮਹਾਂਪੁਰਖਾਂ ਕੋਲੋਂ ਸੁਣਿਆ, ਮਹਾਰਾਜ ਨੇ ਕਿਹਾ ਸੀ, ਮਾਰੂ ਰਾਗ ਦਾ ਸ਼ਬਦ ਪੜ੍ਹ। ਓੜਕ ਨਿਭਹੀ ਪ੍ਰੀਤ ਸੇਵਕ ਕੀ, ਓੜਕ ਨਿਭਹੀ ਪ੍ਰੀਤ। ਓੜਕ ਨਿਭਹੀ ਪ੍ਰੀਤ, ਓੜਕ ਨਿਭਹੀ ਪ੍ਰੀਤ। ਉਹ 2 ਤਾਰੇ ਵਾਲਾ ਕੀਰਤਨ ਕਰਨ ਲੱਗਾ ਜੀ। ਓੜਕ ਨਿਭਹੀ ਪ੍ਰੀਤ ਸੇਵਕ ਕੀ, ਓੜਕ ਨਿਭਹੀ ਪ੍ਰੀਤ। ਜੀਵਤ ਸਾਹਿਬ ਸੇਵਿਓ ਆਪਣਾ, ਜੀਵਤ ਸਾਹਿਬ ਸੇਵਿਓ ਆਪਣਾ। ਜਿੰਦੇ ਰਹੇ ਜਿੰਨਾ ਚਿਰ ਸਰੀਰ ਕਰਕੇ ਰਹੇ। ਮਹਾਰਾਜ ਹੈ ਤੇ ਸਤਿਗੁਰ ਜਾਗਤਾ, ਮਹਾਰਾਜ ਅੱਜ ਵੀ ਜਿਉਂਦੇ ਹੀ ਹਨ, ਪਰ ਸਰੀਰ ਵਿੱਚ ਜਿੰਨਾ ਚਿਰ ਰਹੇ ਮਹਾਰਾਜ ਨੇ ਆਪਣੇ ਮਾਲਕ ਦਾ ਹੁਕਮ ਮੰਨਿਆ ਜੀ। ਗੁਰੂ ਰਾਮਦਾਸ ਜੀ ਦਾ ਹੁਕਮ ਮੰਨ ਕੇ ਲਾਹੌਰ ਗਏ ਜੀ। ਉਦੋਂ ਵਿਆਹ 'ਚ ਆਏ ਸਨ, ਵੱਡੇ ਭਰਾ ਨਹੀਂ ਸੀ ਜਾਂਦੇ। ਮਹਾਰਾਜ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਕਿਹਾ ਸੀ, ਗੁਰੂ ਅਰਜਨ ਸਾਹਿਬ ਨੇ ਕਿਹਾ ਸੀ, ਮਹਾਰਾਜ ਤੁਸੀਂ ਅਜੇ ਵਿਆਹ 'ਚ ਜਾਣ ਵਾਸਤੇ ਕਹਿ ਰਹੇ ਹੋ, ਜੇ ਲਾਹੌਰ ਜਾ ਕੇ ਸਿਰ ਵੀ ਦੇਣਾ ਪਵੇ ਨਾ, ਤੁਹਾਡਾ ਹੁਕਮ ਚਾਹੀਦਾ ਹੈ, ਮੈਂ ਸਿਰ ਦੇਣ ਨੂੰ ਵੀ ਤਿਆਰ ਹਾਂ। ਪਹਿਲਾਂ ਹੀ ਬਚਨ ਕਰਤਾ ਸੀ। ਹਰਿਮੰਦਰ ਸਾਹਿਬ ਬਣਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਕੀਤੀ, ਬੜਿਆਂ ਨੂੰ ਨਾਮ ਦੀਆਂ ਦਾਤਾਂ ਦਿੱਤੀਆਂ, ਗਿਣੇ ਹੀ ਨਹੀਂ ਜਾ ਸਕਦੇ। ਖੂਬ ਨਾਮ ਜਪਿਆ। ਅੱਜ ਜਾ ਰਹੇ ਆ ਸਰੀਰ ਕਰਕੇ, ਤਾਂ ਵੀ ਵਾਹਿਗੁਰੂ ਚੇਤੇ ਵਿੱਚ ਹੈ।
ਜੀਵਤ ਸਾਹਿਬ ਸੇਵਿਓ ਆਪਣਾ, ਜੀਵਤ ਸਾਹਿਬ ਸੇਵਿਓ ਆਪਣਾ। ਚਲਤੇ ਰਾਖਿਓ ਚੀਤ, ਚਲਤੇ ਰਾਖਿਓ ਚੀਤ। ਹੈ ਮਹਾਰਾਜ ਸਾਹਿਬ, ਹੈ ਮਾਲਕ, ਪਰ ਸਾਰੀ ਉਮਰ ਸੇਵਕਾਂ ਵਾਂਗੂ ਹੀ ਰਹੇ ਮਹਾਰਾਜ। ਪੰਕਤੀ ਧਿਆਨ ਨਾਲ ਸੁਣਿਓ। ਜੀਵਤ ਸਾਹਿਬ ਸੇਵਿਓ ਆਪਣਾ, ਜੀਂਦਿਆਂ ਜੀ ਆਪਣਾ ਸਾਹਿਬ ਨੂੰ ਆਪਣਾ ਜਾਣ ਕੇ ਸੇਵਿਆ। ਰੱਬ ਨੂੰ, ਰੱਬ ਸਾਡਾ, ਉਹਦਾ ਨਾਮ ਅਸੀਂ ਆਪਣੇ ਲਈ ਜਪਣਾ ਹੈ। ਅੱਜ ਚੱਲਣ ਲੱਗੇ ਆ ਤਾਂ ਵੀ ਉਹਨੂੰ ਚੇਤੇ 'ਚ ਰੱਖਿਆ। ਮਾਨ ਮੋਹ ਅਰ ਲੋਭ ਵਿਕਾਰਾ, ਬਿਓ ਚੀਤ ਨਾ ਘਾਲਿਓ। ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਕੇਵਲ ਮੈਂ ਇੱਕੋ ਪੰਕਤੀ ਦੇ ਅਰਥ ਕਰਕੇ ਫਿਰ ਆਪਾਂ ਲੜੀਵਾਰ ਕਥਾ ਸੁਣਨੀ ਹੈ। ਮਾਣ, ਥੋੜ੍ਹਾ ਬਹੁਤਾ ਤੇ ਮਾਣ ਹੁੰਦਾ ਹੀ ਹੈ ਜੀ ਸਾਨੂੰ ਜੀ, ਥੋੜ੍ਹਾ ਬਹੁਤਾ ਤੇ ਹੁੰਦਾ ਹੀ ਹੈ ਜੀ। ਭਾਵੇਂ ਕੋਈ ਆਖੇ ਮੈਂ ਬੜੀ ਨਿਮਰਤਾ ਵਾਲਾ, ਝੂਠ ਹੀ ਹੈ ਜੀ। ਥੋੜ੍ਹਾ ਬਹੁਤਾ ਮਾਣ ਤੇ ਹੁੰਦਾ, ਕਿਸੇ ਨੂੰ ਥੋੜ੍ਹਾ ਬਹੁਤਾ ਹੁੰਦਾ, ਕਈਆਂ ਟਰਾਕੀ ਭਰੇ ਹੁੰਦੇ ਆ ਜੀ, ਉਹਨਾਂ ਦੀ ਬੋਲੀ 'ਚ ਹੀ ਮਾਣ ਹੁੰਦਾ ਜੀ। ਗੁਰੂ ਅਰਜਨ ਸਾਹਿਬ ਵਿੱਚ ਮਾਣ ਨਹੀਂ ਹੈਗਾ ਜੀ। ਮੋਹ, ਇਹ ਮੇਰਾ ਹੈ, ਇਹ ਚੀਜ਼ ਵੀ ਨਹੀਂ ਹੈਗੀ। ਇੱਕ ਇੱਕ ਇੱਟ ਦੇ ਮਾਲਕ ਨੇ ਹਰਿਮੰਦਰ ਸਾਹਿਬ ਦੀ, ਇੱਕ ਇੱਕ ਇੱਟ ਆਪ ਲਵਾਈ ਹੈ। ਮਹਾਰਾਜ ਨੇ ਬਿਲਕੁਲ ਮੋਹ ਨਹੀਂ ਕੀਤਾ। ਸੱਚੇ ਪਾਤਸ਼ਾਹ ਇਸ ਪਾਸੇ ਆ ਗਏ ਲਾਹੌਰ ਜੀ। ਪਰਿਵਾਰ ਨਾਲ ਮੋਹ ਨਹੀਂ ਹੈਗਾ। ਮਾਨ ਮੋਹ ਅਰ ਲੋਭ ਵਿਕਾਰਾ, ਗੁਰੂ ਅਰਜਨ ਸਾਹਿਬ 'ਚ ਲਾਲਚ ਵੀ ਨਹੀਂ ਹੈਗਾ। ਬਿਓ ਚੀਤ ਨਾ ਘਾਲਿਓ, ਬਿਓ ਦਾ ਨਾਮ ਹੈ ਦੂਸਰਾ। ਰੱਬ ਤੋਂ ਸਿਵਾ ਹੋਰ ਕਿਸੇ ਦੂਸਰੇ ਨੂੰ ਆਪਣੇ ਚਿੱਤ 'ਚ ਆਉਣ ਹੀ ਨਹੀਂ ਦਿੱਤਾ ਗੁਰੂ ਅਰਜਨ ਸਾਹਿਬ ਨੇ। ਗੱਜ ਕੇ ਆਖੋ ਵਾਹਿਗੁਰੂ। ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ ਰਹਾਓ। ਜੈਸੀ ਆਗਿਆ ਕੀਨੀ ਠਾਕੁਰ, ਤਿਸਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਆਹੂ ਕੋ ਦੌਰਿਓ। ਆਗਿਆ ਮਹਿ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਆ। ਪਰਮੇਸ਼ਰ ਦੀ ਆਗਿਆ ਭੁੱਖ ਵੀ ਆ ਗਈ, ਉਹਨੂੰ ਸੌਖੀ ਸਮਝਿਆ ਜੀ। ਬੜਾ ਵੱਡਾ ਲੰਗਰ ਗੁਰੂ ਅਰਜਨ ਸਾਹਿਬ ਦਾ। ਇੱਕ ਵਾਰੀ ਸਮਾਂ ਐਸਾ ਆ ਗਿਆ, ਬਾਬੇ ਪ੍ਰਿਥਵੀ ਨੇ ਈਰਖਾ ਕੀਤੀ, ਲੰਗਰ ਮਸਤਾਨੇ ਹੋ ਗਏ ਜੀ। ਥੋੜ੍ਹਾ ਜਿਹਾ ਆਟਾ ਗੁੰਨ ਕੇ ਬਬਰੇ ਦੇ ਉੱਤੇ ਪ੍ਰਸ਼ਾਦਾ ਪਕਾ ਕੇ ਮਿੱਟੀ ਦੇ ਭਾਂਡੇ 'ਚ ਰੱਖ ਕੇ ਮਾਤਾ ਜੀ ਨੇ ਅੱਗੇ ਰੱਖਿਆ ਜੀ। ਜਦੋਂ ਮਾਤਾ ਗੰਗਾ ਜੀ ਨੇ ਉਸ ਸਮੇਂ ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ ਨਾ, ਮਾਤਾ ਗੰਗਾ ਜੀ ਦੇ ਨੇਤਰਾਂ 'ਚ ਜਲ ਆ ਗਿਆ। ਮਹਾਰਾਜ ਨੇ ਉਹ ਪੰਗਤੀ ਉਚਾਰੀ, ਰੁੱਖੋ ਭੋਜਨ ਭੂਮ ਸੈਨ। ਰੁੱਖੀ ਰੋਟੀ ਹੈ ਕਹਿੰਦੇ, ਧਰਤੀ 'ਤੇ ਲੰਮੇ ਪਏ ਆ। ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰਿਓ ਸੰਗ ਸੂਖ ਬਿਹਾਤ। ਜੇ ਰੱਬ ਦੀ ਯਾਦ ਹਿਰਦੇ ਵਿੱਚ ਹੈ ਤਾਂ ਇਹ ਵੀ ਸਫਲ ਆ। ਮਹਾਰਾਜ ਕਹਿਣ ਲੱਗੇ, ਆਗਿਆ ਮਹਿ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ। ਜੈ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ, ਸੇਵਕ ਦਾ ਜੀਵਨ, ਸੇਵਕ ਆਗਿਆ ਵਿੱਚ ਹੀ ਆਨੰਦ ਲੈਂਦਾ ਹੈ ਜੀ। ਸੋ ਇਹ ਮਹਾਰਾਜ ਦਾ ਜੀਵਨ ਹੈ। ਇਸ ਸ਼ਬਦ ਦਾ ਕੀਰਤਨ ਕੀਤਾ ਗੁਰੂ ਦੇ ਪਿਆਰੇ ਨੇ ਜੀ। ਓੜਕ ਨਿਭਹੀ ਪ੍ਰੀਤ ਸੇਵਕ ਕੀ, ਓੜਕ ਨਿਭਹੀ ਪ੍ਰੀਤ। ਹਾਂਜੀ। ਸਲਿਤਾ ਤੀਰ ਰੁਚੋ ਥਲ ਥਿਰਹੋ। ਮਹਾਰਾਜ ਜੀ ਉਹਨੂੰ ਆਖਿਆ ਸੀਗਾ ਵੀ ਕਿਨਾਰਾ ਵੇਖ ਕੇ ਬਹਿ ਜਾ, ਕੀਰਤਨ ਕਰ। ਹਾਂਜੀ। ਗੁਰੂ ਪਛਾਨੇ ਬੰਧਨ ਕੀਨ। ਉਹਨੇ ਪਛਾਣ ਲਿਆ ਵੀ ਇਹ ਤੇ ਗੁਰੂ ਅਰਜਨ ਸਾਹਿਬ ਨੇ। ਉਹਨੇ ਮੱਥਾ ਟੇਕਿਆ ਮਹਾਰਾਜ ਨੂੰ ਜੀ। ਗਾਵਨ ਲੱਗਿਓ ਸ਼ਬਦ ਰਸ ਪੀਨ। ਤੇ ਰਸ ਵਿੱਚ ਭਿੱਜ ਕੇ ਉਹਨੇ ਇਹ ਸ਼ਬਦ ਪੜਿਆ ਜੀ।
ਰਸ ਵਿੱਚ ਪੜ ਕੇ ਭਿੱਜ ਕੇ। ਜੀਵਤ ਸਾਹਿਬ ਸੇਵਿਓ ਆਪਣਾ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ, ਚਲਤੇ ਰਾਖਿਓ ਚੀਤ। ਗਾਵਨ ਲੱਗਿਓ ਸ਼ਬਦ ਰਸ ਭੀਨ, ਉਹਨੇ ਸ਼ਬਦ ਗਾਇਆ ਬੜੇ ਪ੍ਰੇਮ ਨਾਲ, ਮਹਾਰਾਜ ਨੇ ਕੀਰਤਨ ਸੁਣਿਆ। ਬ੍ਰਹਮ ਆਦਿਕ ਲੱਖ ਕਰ ਗੁਰ ਤਿਆਰੀ। ਕਹਿੰਦੇ ਬ੍ਰਹਮਾ ਜੀ ਹੋਰ ਜਿਹੜੇ ਦੇਵਤੇ ਆ ਉਹਨਾਂ ਨੇ ਵੇਖਿਆ ਵੀ ਮਹਾਰਾਜ ਨੇ ਸਰੀਰ ਤਿਆਗਣ ਦੀ ਤਿਆਰੀ ਕਰ ਲਈ ਹੈ। ਇੰਦਰਾਦਿਕ ਸੁਰ ਗੁਰ ਸੁਰ ਝਾਰੀ। ਇੰਦਰ ਹੋਰ ਸਵਰਗ ਦੇ ਜਿਹੜੇ ਦੇਵਤੇ ਨੇ, ਬ੍ਰਹਸਪਤ, ਸਾਰੇ ਫਿਰ ਸੰਗਤ ਜੀ ਸਵਰਗ ਨੂੰ ਛੱਡ ਕੇ ਆਏ ਆ, ਗੁਪਤ ਰੂਪ ਵਿੱਚ ਮਹਾਰਾਜ ਨੂੰ ਨਮਸਕਾਰਾਂ ਕਰ ਰਹੇ ਆ ਜੀ। ਹਾਂਜੀ। ਵਿਦਿਆ ਧਰ ਉਤਲਾਵਤ ਆਏ। ਵਿਦਿਆ ਧਰ ਆਦ ਦੇਵਤੇ ਜਿਹੜੇ ਛੇਤੀ ਛੇਤੀ ਭੱਜ ਭੱਜ ਕੇ ਆਏ ਆ ਮਹਾਰਾਜ ਦੇ ਦਰਸ਼ਨ ਕਰ ਲਈਏ। ਕਿੰਨਰ ਜਸ਼ ਅਪਸਰਾ ਲਿਆਏ। ਬੜੇ ਬੜੇ ਕਿੰਨਰ ਜਸ਼ ਅਪਛਰਾਵਾਂ ਇਹ ਸਾਰੇ ਆਏ ਆ ਗਰੀਬ ਨਵਾਜ਼ ਜੀ ਦੇ ਦਰਸ਼ਨ ਕਰਨ ਵਾਸਤੇ ਜੀ। ਹਾਂਜੀ। ਸਕਲ ਬਾਇਓਗਨ ਸਿੱਧ ਅਰ ਚਾਰਨ। ਤੇ ਸੰਗਤ ਜੀ ਹਵਾ 'ਚ ਚੱਲਣ ਵਾਲੇ ਜਿਹੜੇ ਆ ਸਿੱਧ ਜਿਹੜੇ ਆ ਇਹ ਵੀ ਸਾਰੇ ਚੱਲ ਕੇ ਆਏ ਆ। ਮਹਾਰਾਜ ਨੇ ਸਰੀਰ ਤਿਆਗਣਾ, ਸਤਿਗੁਰੂ ਜੀ ਦੇ ਦਰਸ਼ਨ ਕਰ ਲਈਏ ਜੀ। ਗੁਪਤ ਦੁਨੀਆ ਵੀ ਹੈਗੀ ਨਾ ਸੰਸਾਰ ਵਿੱਚ। ਹਾਂਜੀ। ਨਭ ਥਿਤ ਜੈ ਜੈ ਕਰੇ ਉਚਾਰਨ। ਦੇਵਤੇ ਆਕਾਸ਼ ਵਿੱਚ ਖਲੋ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਜੀ ਦੀ ਜੈ ਜੈਕਾਰ ਕਰ ਰਹੇ ਆ। ਆਪ ਜੀ ਵੀ ਸਾਰੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਭਇਓ ਬਿਵਾਨ ਸਹਿਤ ਅਸਮਾਨ। ਸਾਧ ਸੰਗਤ ਜੀ ਭਇਓ ਬਿਵਾਨ ਸਹਿਤ ਅਸਮਾਨ। ਅਸਮਾਨ ਦੇ ਵਿੱਚ ਬਿਵਾਨ ਪਹਿਲਾਂ ਹੀ ਆ ਕੇ ਖਲੋ ਗਿਆ ਜੀ। ਕੋਈ ਵੱਡੇ ਮੰਤਰੀ ਨੇ ਜਾਣਾ ਹੋਵੇ ਗੱਡੀਆਂ ਪਹਿਲਾਂ ਆ ਕੇ ਖਲੋ ਜਾਂਦੀਆਂ। ਗੁਰੂ ਅਰਜਨ ਸਾਹਿਬ ਜੀ ਸੱਚਖੰਡ ਜਾਣਾ, ਬਿਵਾਨ ਆ ਕੇ ਪਹਿਲਾਂ ਹੀ ਖਲੋ ਗਿਆ ਜੀ। ਹਾਂਜੀ। ਪਸਰੀ ਜਹ ਕਹਿ ਜੋਤ ਮਹਾਨ। ਜਿੱਥੇ ਕਿੱਥੇ ਨਹੀਂ ਥੋੜਾ ਉਜਾਲਾ ਜਿਹਾ ਹੋ ਗਿਆ ਜੀ ਉਸ ਸਮੇਂ ਜੀ। ਹਾਂਜੀ। ਗੋਰਖਨਾਥ ਲੀਏ ਗਨ ਚੇਲੇ। ਗੋਰਖਨਾਥ ਆਪਣੇ 84 ਚੇਲਿਆਂ ਨੂੰ ਨਾਲ ਲੈ ਕੇ ਪੀਰ ਅਜ਼ਮਤੀ ਮੇਲ ਸਕੇਲੇ। ਬੜੇ ਬੜੇ ਕਰਾਮਾਤੀ ਪੀਰ ਸਾਰੇ ਇਕੱਠੇ ਹੋ ਕੇ ਆਏ ਆ। ਗੁਪਤ ਆਦ ਸਭ ਮੰਗਲ ਕਰ ਹੈ। ਸਭ ਗੁਪਤ ਲੋਕ ਜਿਹੜੇ ਆ ਉਹ ਉੱਥੇ ਪਹੁੰਚ ਗਏ। ਵੇਖਣ ਨੂੰ 5 ਸਿੱਖ ਹੀ ਆ ਪਰ ਬਿਨਾਂ ਦਿਸਣ ਵਾਲੇ ਬੜੇ ਹੀ ਉੱਥੇ ਆ ਗਏ ਜੀ। ਨਮਸਕਾਰਾਂ ਕਰ ਰਹੇ ਮਹਾਰਾਜ ਨੂੰ। ਪਰਵਾਰਤ ਚਹੁ ਦਿਸ਼ ਮੈਂ ਥਿਰ ਹੈ। ਕਹਿਣ ਲੱਗੇ ਸਾਰੇ ਚਾਰੇ ਪਾਸੇ ਆ ਕੇ ਮਹਾਰਾਜ ਦੇ ਟਿਕ ਕੇ ਹੱਥ ਜੋੜਨ, ਨਮਸਕਾਰਾਂ ਕਰਨ। ਉਹਨਾਂ ਨੂੰ ਕੇਵਲ ਗੁਰੂ ਅਰਜਨ ਸਾਹਿਬ ਹੀ ਵੇਖ ਸਕਦੇ, ਦੂਜਾ ਨਹੀਂ ਵੇਖ ਸਕਦਾ ਜੀ ਕੋਈ। ਹਾਂਜੀ। ਸਤਿਗੁਰ ਚਰਿਤ ਕਹੈ ਕੋ ਸੁਨੈ। ਸਾਰੇ ਮਹਾਰਾਜ ਦੇ ਚਰਿੱਤਰ ਕਹਿ ਰਹੇ ਆ, ਸੁਣ ਰਹੇ ਆ, ਸਿਫਤਾਂ ਕਰ ਰਹੇ ਮਹਾਰਾਜ ਦੀਆਂ। ਬਿਸਮਤ ਹੋਏ ਕਰ ਉਰਮੈ ਗੁਨੈ। ਤੇ ਹਿਰਦੇ ਵਿੱਚ ਨਾ ਵਿਚਾਰ ਕਰਕੇ ਸਿੱਧ ਪੀਰ ਦੇਵਤੇ ਸੁਰ ਗਣ ਗੰਧਰਵ ਜਛ ਅਪਛਰਾਵਾਂ ਕਿੰਨਰ ਇੱਕੋ ਹੀ ਗੱਲ ਕਰਦੇ ਆ। ਹਾਂਜੀ। ਇਨ ਸਮ ਧੀਰਜ ਧਰਨੀ ਮਾਹੇ। ਇਹਨਾਂ ਵਰਗਾ ਧੀਰਜ ਧਰਤੀ ਵਿੱਚ ਹੀ ਹੈਗਾ, ਦੂਜੇ ਵਿੱਚ ਨਹੀਂ ਹੈਗਾ ਜੀ। ਧਰਤੀ ਨੂੰ ਕੋਈ ਪੁੱਟੇ ਕੋਈ ਲੇਪ ਕਰੇ, ਧਰਤੀ ਨਹੀਂ ਕਿਸੇ ਨੂੰ ਕੁਝ ਕਹਿੰਦੀ। ਮਹਾਰਾਜ ਵਿੱਚ ਵੀ ਇਹੋ ਜਿਹਾ ਧੀਰਜ ਹੈ, ਹੌਸਲਾ ਇੰਨਾ ਵੱਡਾ ਹੈਗਾ ਜੀ। ਜਗ ਮਹਿ ਅਪਰ ਵਿਚਰੀਐ ਕਾਹੇ। ਹੋਰ ਜਗਤ ਵਿੱਚ ਕੋਈ ਵੀ ਵਿਚਾਰਾ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਦੇਵਤੇ ਆ ਕੇ ਕਹਿ ਰਹੇ ਜੀ। ਅਜਰ ਜਰਨ ਕੀ ਅਵਦ ਦਿਖਾਈ। ਗੁਰੂ ਜੀ ਨੇ ਇਹ ਦੱਸਿਆ ਵੀ ਅਜਰ ਨੂੰ ਜਰਨਾ ਕਿਵੇਂ ਹੈ। ਜਿਹੜਾ ਨਹੀਂ ਸਹਿਆ ਜਾਂਦਾ ਉਹਨੂੰ ਸਹਿਣਾ ਕਿਵੇਂ ਹੈ। ਹਾਂਜੀ। ਅਸ਼ਤ ਸ਼ਕਤ ਅਤ ਦੁਖ ਅਤ ਪਾਈ। ਤੇ ਇੰਨੀ ਵੱਡੀ ਸ਼ਕਤੀ ਹੁੰਦਿਆਂ ਕਿਵੇਂ ਆਮ ਜੇ ਬੰਦੇ ਤੇ ਕੋਲੋਂ ਮਹਾਰਾਜ ਨੇ ਤਸੀਹੇ ਚੱਲ ਲਏ ਜੀ। ਹਾਂਜੀ। ਅਨੇਕ ਪ੍ਰਕਾਰ ਗਗਨ ਮੈਂ ਕਹੈ। ਕੋਈ ਆਕਾਸ਼ 'ਚ ਖਲੋ ਕੇ ਕਹਿ ਰਹੇ ਤੇ ਕਈ ਸਾਹਮਣੇ ਗੁਪਤ ਰੂਪ ਵਿੱਚ ਆ ਕੇ ਕਹਿ ਰਹੇ ਮਹਾਰਾਜ ਤੁਸੀਂ ਧੰਨ ਜੇ ਸੱਚੇ ਪਾਤਸ਼ਾਹ। ਅਬ ਆਵਹਿ ਸਗਰੈ ਚਿਤ ਚਹੈ। ਆਕਾਸ਼ ਵਾਲੇ ਉੱਤੇ ਖਲੋ ਕੇ ਸੋਚਦੇ ਐ, ਆਪਸ ਵਿੱਚ ਗੱਲਾਂ ਕਰਦੇ ਐ,
ਹੁਣ ਸੱਚੇ ਪਾਤਸ਼ਾਹ ਸਰੀਰ ਤਿਆਗ ਕੇ ਸਾਡੇ ਕੋ ਆਉਣਗੇ ਮਹਾਰਾਜ। ਹਾਂਜੀ ਸ਼੍ਰੀ ਸਤਿਗੁਰ ਤਬ ਕੁਸ਼ਾ ਮੰਗਾਈ, ਹਾਂਜੀ ਕਿਸ ਦਿਜ ਤੇ ਘਰ ਤੇ ਸਮੁਦਾਈ। ਥੱਲੇ ਵਿਛਾਉਣ ਵਾਲਾ ਆਸਣ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਹੇਠਾਂ ਤਿਆਰੀ ਕੀਤੀ ਗਈ ਜੀ ਉਹਦੀ ਜੀ। ਹਾਂਜੀ ਆਸਤਰਨ ਅਵਨੀ ਪਰ ਕੀਨਾ, ਬਿਸਦ ਚਾਦਰਾ ਉਪਰ ਲੀਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉਸ ਆਸਣ ਉੱਤੇ ਸੱਜ ਗਏ ਤੇ ਚਾਦਰ ਲੈ ਲਈ, ਲੰਮੇ ਪੈ ਗਏ ਮਹਾਰਾਜ ਜੀ। ਕੋਈ ਹਾਏ ਨਹੀਂ, ਕੋਈ ਹੂਏ ਨਹੀਂ। ਬਾਬਾ ਮਹਾਦੇਵ ਜੀ ਨੇ ਸਰੀਰ ਤਿਆਗਿਆ ਸੀ ਮਹਾਰਾਜ ਦੇ ਸਾਹਮਣੇ ਜੀ, ਉਹ ਵੀ ਪ੍ਰਸੰਗ ਤੁਸੀਂ ਸੁਣਿਆ ਜੀ। ਹਾਂਜੀ ਪੌੜ ਗਏ ਆਸ਼ਾ ਦਿਓ ਬਦਨ, ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਲੰਮੇ ਪੈ ਗਏ, ਚਾਦਰ ਲੈ ਲਈ। ਵਾਹਿਗੁਰੂ 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 ਦੀਆਂ ਆਵਾਜ਼ਾਂ ਆ ਰਹੀਆਂ ਜੀ। ਪੰਜੇ ਸਿੱਖ ਹੱਥ ਜੋੜ ਕੇ ਲਾਗੇ ਖਲੋਤੇ ਆ। ਸਿੱਧ ਪੀਰ ਪੈਗੰਬਰ ਸਾਲਕ ਸਾਦਰ ਇਹ ਸਾਰੇ ਆ ਕੇ ਵੇਖ ਰਹੇ ਨੇ ਜੀ, ਦੇਵਤੇ ਉੱਤੇ ਖਲੋਤੇ ਦੇਖ ਰਹੇ ਆ। ਹਾਂਜੀ ਗਮਨ ਕਰਨ ਬੈਕੁੰਠ ਨਿਜ ਸਦਨ, ਤੇ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਆਪਣੇ ਘਰ ਜਾਣ ਦੀ ਤਿਆਰੀ ਕਰ ਲਈ, ਲੰਮੇ ਪੈ ਗਏ, ਚਾਦਰ ਲੈ ਲਈ ਸੱਚੇ ਪਾਤਸ਼ਾਹ ਜੀ ਨੇ ਜੀ। ਹਾਂਜੀ ਤਿਆਗ ਦੇਹ ਜਬ ਚੜੇ ਬਿਮਾਨਾ, ਤੇ ਬਸ ਫਿਰ ਕੀ ਸੀਗਾ ਜੀ ਸਾਧ ਸੰਗਤ ਜੀ। ਹਜੂਰ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਆ ਸਰੀਰ ਜਿਹੜਾ ਸੀ ਉਹ ਤਿਆਗ ਦਿੱਤਾ ਜੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਰਾਮ। ਹਾਂਜੀ ਹਨੇ ਡੰਕ ਸੁਰ ਬ੍ਰਿੰਦ ਨਿਸ਼ਾਨਾ। ਸਾਧ ਸੰਗਤ ਜੀ ਜਦੋਂ ਮਹਾਰਾਜ ਸਰੀਰ ਤਿਆਗਿਆ, ਇਹ ਹੁਣ ਗੁਪਤ ਖੇਡ ਹੈ, ਗੁਪਤ ਖੇਡ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਇਹ ਕਵੀ ਸੰਤੋਖ ਸਿੰਘ ਜੀ ਬ੍ਰਹਮ ਗਿਆਨੀ ਨੇ, ਉਹਨਾਂ ਦੀ ਦ੍ਰਿਸ਼ਟੀ ਹੈ, ਉਹ ਦਿਸਦਾ ਹੈ ਉਹਨਾਂ ਨੂੰ, ਤਾਂ ਉਹਨਾਂ ਨੇ ਇਹ ਗੱਲਾਂ ਲਿਖੀਆਂ। ਇੱਧਰ ਤੇ ਆਕਾਸ਼ ਲਾਲ ਹੋ ਗਿਆ, ਇੱਕਦਮ ਸਿੱਖਾਂ 'ਚ ਬੈਰਾਗ ਸ਼ੁਰੂ ਹੋ ਗਿਆ, ਪੰਜਾਂ 'ਚ ਪੰਜੇ ਬੈਰਾਗ ਕਰਨ ਲੱਗੇ। ਸਾਡੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਰੀਰ ਤਿਆਗ ਗਏ ਹਨ। ਪਰ ਜਦੋਂ ਮਹਾਰਾਜ ਸਰੀਰ ਤਿਆਗਿਆ, ਸੂਖਸ਼ਮ ਸਰੀਰ ਹੈ ਨਾ ਜਿਹੜਾ, ਉਹ ਵਿੱਚੋਂ ਨਿਕਲਿਆ ਤੇ ਬਿਬਾਨ ਜਿਹੜਾ ਆਇਆ, ਜਿਹਨੂੰ ਦੇਵਤਿਆਂ ਨੇ ਮੋਢੇ ਲਾਏ ਆ ਜੀ। ਬੜੇ ਬੜੇ ਵੱਡੇ ਪੀਰਾਂ ਨੇ, ਮੁਹੰਮਦ ਸਾਹਿਬ ਵਰਗਿਆਂ ਨੇ ਆ ਕੇ ਮੋਢੇ ਲਾਏ ਆ ਜੀ। ਉਹ ਬਿਬਾਨ ਸੱਜਿਆ ਹੋਇਆ ਸਤਿਗੁਰੂ ਜੀ ਦਾ ਸੂਖਸ਼ਮ ਸਰੀਰ ਉਹਦੇ ਵਿੱਚ ਸੱਜ ਗਿਆ ਜੀ। ਅੱਛਾ ਬੜਾ ਫਰਕ ਤੇ ਆਮ ਬੰਦੇ ਨੂੰ ਜੰਮ ਲੈਣ ਆਉਂਦੇ ਤੇ ਕੁੱਟਦੇ ਹੋਏ ਖੜਦੇ ਜੀ, ਕੁੱਟਦੇ ਹੋਏ ਖੜਦੇ ਜੀ, ਬੜਾ ਬੁਰਾ ਹਾਲ ਉਹਦਾ ਕਰਦੇ ਜੀ। ਤੇ ਗੁਰੂ ਜੀ ਮਹਾਰਾਜ ਨੇ ਸਰੀਰ ਤਿਆਗਿਆ, ਬਿਬਾਨ ਆਇਆ ਤੇ ਦੇਵਤਿਆਂ ਨੇ ਮੋਢੇ ਲਾਏ ਜੀ, ਦੇਵਤਿਆਂ ਨੇ ਜੀ। ਫਿਰ ਪੜਿਓ ਹਨੇ ਹਨੇ ਡੰਕ ਸੁਰ ਬ੍ਰਿੰਦ ਨਿਸ਼ਾਨਾ। ਤਿਆਗ ਦੇਹ ਜਬ ਚੜੇ ਬਿਮਾਨਾ, ਜਦੋਂ ਸਰੀਰ ਤਿਆਗ ਕੇ ਸੂਖਸ਼ਮ ਸਰੀਰ ਮਹਾਰਾਜ ਦਾ ਮਹਾਰਾਜ ਬਿਬਾਨ ਵਿੱਚ ਸੱਜ ਗਏ ਹੈ, ਉਸੇ ਵੇਲੇ ਦੇਵਤਿਆਂ ਨੇ ਬੜੇ ਨਗਾਰੇ ਤੇ ਧੌਂਸੇ ਵਜਾਏ। ਸਤਿ ਸ੍ਰੀ ਅਕਾਲ। ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਦਸਵੇਂ ਪਾਤਸ਼ਾਹ ਲਿਖਦੇ। ਹਾਂਜੀ ਮੰਜੁਲ ਫੁੱਲਨ ਅੰਜੁਲ ਡਾਰ ਹੈ। ਕਹਿੰਦੇ ਚਿੱਟੇ ਰੰਗ ਦੇ ਫੁੱਲਾਂ ਦੇ ਬੁੱਕ ਭਰ ਭਰ ਕੇ ਦੇਵਤੇ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਫੁੱਲਾਂ ਦੀ ਵਰਖਾ ਕਰਦੇ ਹਨ। ਜੈ ਜੈ ਏਕੋ ਬਾਰ ਉਚਾਰ ਹੈ। ਤੇ ਸਭ ਦੇਵਤੇ ਜਿਹੜੇ ਆ ਨਾ, ਉਹ ਮਹਾਰਾਜ ਗਰੀਬ ਨਵਾਜ ਜੀ ਨੂੰ ਜੈ 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 ਜੈਕਾਰ ਕਰ ਰਹੇ ਆ। ਜੈ 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 ਸੁਰ ਲੋਕ, ਜੈ 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 ਸੁਰ ਲੋਕ। ਜੈ 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 ਸੁਰ ਲੋਕ, ਜੈ 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 ਸੁਰ ਲੋਕ। ਹਰ ਮਨ ਤਨ ਬਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ। ਜੈ ਜੈਕਾਰ ਦੇਵਤੇ ਕਰਨ ਦਾ ਜੀ।
ਹਾਂਜੀ। ਬਾਰ ਆਰਤੀ ਪੁੰਜ ਉਤਾਰ ਉਹ ਹੈ। ਦੇਵਤੇ ਧੂਪ ਦਿਖਾ ਦਿਖਾ ਕੇ ਜੋਤਾਂ ਜਗਾ ਜਗਾ ਕੇ ਸਤਿਗੁਰਾਂ ਦੀ ਆਰਤੀ ਕਰ ਰਹੇ ਨੇ ਜੀ। ਜੋ ਉਹਨਾਂ ਨਾਲ ਹੁੰਦਾ ਉਹ ਮਹਾਰਾਜ ਨਾਲ ਕਰਦੇ ਜੀ। ਹਾਂਜੀ। ਧੂਪ ਤੁਖਾਵ ਸੁਗੰਧ ਬਿਥਾਰੈ। ਤੇ ਮਹਾਰਾਜ ਜੀ ਦਾ ਵਿਬਾਨ ਜਾ ਰਿਹਾ ਤੇ ਅੱਗੇ ਅੱਗੇ ਧੂਫਾਂ ਤੁਖਾ ਰਹੇ ਆ ਜੀ। ਸੁਗੰਧੀ ਆਵੇ ਜੀ। ਬੜੇ ਬੜੇ ਪੀਰਾਂ ਨੇ ਦੇਵਤਿਆਂ ਨੇ ਮੋਢੇ ਲਾਏ ਐ ਮਹਾਰਾਜ ਜੀ ਨੂੰ ਵਿਬਾਨ 'ਚ ਬਿਠਾ ਕੇ। ਜਿਵੇਂ ਮਹਾਰਾਜ ਗੁਰੂ ਰਾਮਦਾਸ ਜੀ ਦੇ ਦਰ ਤੇ ਪਾਲਕੀ ਸਾਹਿਬ 'ਚ ਜਾਂਦੇ ਆ ਨਾ, ਤੇ ਕਿਵੇਂ ਲੋਕੀ ਫਿਰ ਮੋਢਾ ਲਾਉਣ ਨੂੰ ਤਰਸਦੇ ਆ। ਇੰਝ ਹੀ ਮਹਾਰਾਜ ਵਿਬਾਨ 'ਚ ਬੈਠੇ ਆ, ਦੇਵਤੇ ਤਰਸਣ ਦੇ ਵੀ ਸਾਡੀ ਵਾਰੀ ਕਦੋਂ ਆਏਗੀ ਮੋਢਾ ਲਾਉਣ ਦੀ। ਅਤ ਉਸਤਵ ਕੋ ਸਗਰੇ ਧਾਰ ਹੈ। ਸਾਰਿਆਂ ਨੇ ਬੜਾ ਹੀ ਚਾਅ ਕੀਤਾ ਜੀ ਵੀ ਮਹਾਰਾਜ ਗਰੀਬ ਨਵਾਜ਼ ਸੱਚਖੰਡ ਆਏ ਆ। ਨਮਸਕਾਰ ਕਰ ਬੰਦ ਦਿਖਾ ਰਹਾ। ਹੱਥ ਜੋੜ ਜੋੜ ਕੇ ਨਮਸਕਾਰਾਂ ਕਰ ਰਹੇ। ਆਪ ਜੀ ਵੀ ਕਰੋ, ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਭਇਓ ਆਕਾਸ਼ ਅਰਣ ਹੀ ਵਰਣਾ। ਉਸੇ ਵੇਲੇ ਇੱਧਰ ਸੰਗਤ ਜੀ ਆਕਾਸ਼ ਲਾਲ ਰੰਗ ਦਾ ਹੋ ਗਿਆ ਜੀ। ਹਾਂਜੀ। ਪਿਖਤ ਲੋਕ ਅਚਰਜ ਉਰ ਕਰਨਾ। ਜੈ 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 ਤੇ ਸੁਰ ਲੋਕ 'ਚ ਹੋਇਆ ਨਾ, ਪਰ ਜਗਤ 'ਚ ਕੀ ਹੋਇਆ ਹੈ ਹਾਏ ਹਾਏ ਫੈਲ ਗਈ ਜੀ। ਇੱਕਦਮ ਆਕਾਸ਼ ਲਾਲ ਜੇ ਰੰਗ ਦਾ ਹੋ ਗਿਆ। ਲੋਕ ਸੋਚਣ ਦੇ ਕੋਈ ਘਟਨਾ ਘਟੀ ਹੈ। ਕਿਸੇ ਨੂੰ ਕੀ ਪਤਾ ਵੀ ਮਹਾਰਾਜ ਸਰੀਰ ਤਿਆਗ ਗਏ। ਹਾਂਜੀ। ਸਿੱਖ ਕੀ ਸੁਤਾ ਜਾਨ ਤਬ ਗਈ। ਉਧਰ ਚੰਦੂ ਦੀ ਨੌ ਘਰ 'ਚ ਹੈ, ਉਹਨੂੰ ਪਤਾ ਲੱਗ ਗਿਆ ਵੀ ਮਹਾਰਾਜ ਨੇ ਸਰੀਰ ਤਿਆਗ ਦਿੱਤਾ ਜੀ। ਮਹਾਰਾਜ ਨੇ ਕਿਰਪਾ ਕੀਤੀ, ਉਹਨੂੰ ਤਾਂ ਪਤਾ ਲੱਗਾ ਜੀ। ਤ੍ਰਿਣ ਸਮ ਤਨ ਪਰ ਹਰ ਸੰਗ ਭਈ। ਜਿਵੇਂ ਸੰਗਤ ਜੀ ਤਿੱਲਾ ਐ ਛੱਡ ਦਈਦਾ, ਉਵੇਂ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਚੰਦੂ ਦੀ ਨੌਂ ਵੀ ਸਰੀਰ ਤਿਆਗ ਗਈ। ਜਿਵੇਂ ਵਿਬਾਨ 'ਚ ਮਹਾਰਾਜ ਬੈਠੇ ਆ, ਪਿੱਛੇ ਪਿੱਛੇ ਨਾ ਚੰਦੂ ਦੀ ਨੌਂ ਦਾ ਵੀ ਸਤਿਕਾਰ ਹੋ ਰਿਹਾ ਹੈ ਜੀ। ਉਹ ਵੀ ਸੱਚਖੰਡ ਜਾ ਰਹੀ ਹੈ। ਇੱਥੋਂ ਹਜੂਰ ਸਾਹਿਬ ਤੱਕ ਦਾ ਸਫ਼ਰ ਹੋਵੇ, ਅਸੀਂ ਕਹਿੰਦੇ ਸਾਥੀ ਚੰਗਾ ਲੱਭ ਜੇ। ਜਿਹਨੇ ਸੱਚਖੰਡ ਤੱਕ ਦਾ ਸਫ਼ਰ ਕਰਨਾ ਤੇ ਸਾਥੀ ਗੁਰੂ ਅਰਜਨ ਸਾਹਿਬ ਨੇ, ਕਿੱਡੇ ਵੱਡੇ ਭਾਗ ਨੇ ਉਹਦੇ ਜੀ। ਹਾਂਜੀ। ਘਰ ਮਹਿ ਪਰੀ ਨਾ ਕਿਨਹੂ ਜਾਨੀ। ਉਹ ਸਰੀਰ ਛੱਡ ਗਈ, ਘਰ 'ਚ ਹੀ ਪਈ, ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਸਰੀਰ ਛੱਡ ਗਈ ਹੈ। ਉਹ ਸੱਚਖੰਡ ਪਹੁੰਚ ਗਈ। ਭਾਈ ਗੁਰੂ ਸੰਗ ਭਾਗ ਮਹਾਨੀ। ਕਹਿੰਦੇ ਵੱਡਿਆਂ ਭਾਗਾਂ ਵਾਲੀ ਗੁਰੂ ਜੀ ਦੇ ਨਾਲ ਹੀ ਚਲੇ ਗਈ ਜੀ। ਹਾਂਜੀ। ਉਰਧ ਗੁਰੂ ਕੋ ਚੱਲਿਓ ਬਿਬਾਨਾ। ਇਧਰ ਗੁਰੂ ਸਾਹਿਬ ਜੀ ਦਾ ਵਿਬਾਨ ਉੱਡ ਕੇ ਚਲੇ ਗਿਆ। ਗਨ ਦੇਵਨ ਕੋ ਸੰਗ ਪਿਆਨਾ। ਦੇਵਤੇ ਮੋਢੇ ਲਾ ਕੇ ਲੈ ਕੇ ਜਾ ਰਹੇ ਆ, ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕਰ ਰਹੇ ਹਨ। ਰਾਗਨ ਰਾਚ ਅਪਸਰਾ ਨਾਚੈ। ਕਹਿੰਦੇ ਰਾਗਾਂ ਵਿੱਚ ਸਾਧ ਸੰਗਤ ਜੀ ਰਾਗ ਗਾ ਗਾ ਕੇ ਅਪਛਰਾਵਾਂ ਸਤਿਗੁਰਾਂ ਦੇ ਵਿਬਾਨ ਅੱਗੇ ਨਿਰਤ ਕਰਦੀਆਂ ਹੋਈਆਂ ਚਾਅ ਨਾਲ ਲੈ ਕੇ ਜਾ ਰਹੀਆਂ ਹਨ। ਚਲ ਹੈ ਅਗਾਰੀ ਕੌਤਕ ਮਾਚੈ। ਬੜੀ ਖੁਸ਼ੀ ਆ ਦੇਵਤਿਆਂ ਦੀ ਸੰਗਤ ਜੀ ਦੁਨੀਆ 'ਚ। ਉੱਥੇ ਜੈ ਜੈਕਾਰ ਹੋ ਰਹੀ ਹੈ। ਜੈ 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 ਸੁਰ ਲੋਕ, ਜੈ 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 ਸੁਰ ਲੋਕ। ਕੇਤਿਕ ਦਿਨ ਸੁਰ ਗਨ ਬਚ ਕਹੈ, ਸਤਿਗੁਰ ਚਰਿਤਰ ਸੋ ਅਚਰਜ ਧਰੈ। ਸਾਧ ਸੰਗਤ ਜੀ ਕਈ ਦਿਨ ਦੇਵਤੇ ਇੱਕੋ ਹੀ ਗੱਲ ਕਰਦੇ ਰਹੇ। ਗੁਰੂ ਅਰਜਨ ਦੇਵ ਜੀ ਵਰਗਾ ਦੂਜਾ ਹੈ ਹੀ ਕੋਈ ਨਹੀਂ ਜੀ। ਜਿਨ ਸਮਤਾ ਕਰਹਿ ਕੋਏ ਨਾ, ਇਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਭੂਤ ਨਾ ਭਇਓ ਭਵਿੱਖਿਤ ਹੋਏ ਨਾ, ਨਾ ਕੋਈ ਪਿਛਲੇ ਸਮੇਂ 'ਚ ਹੋਇਆ ਤੇ ਨਾ ਅਗਲੇ ਸਮੇਂ ਵਿੱਚ ਹੋਏਗਾ ਜੀ। ਦੇਵਤੇ ਆਪਸ 'ਚ ਗੱਲਾਂ ਕਰਦੇ। ਹਾਂਜੀ। ਦੋਹਰਾ ਪੰਚੋ ਸਿੱਖ ਪਰਿਵਾਰ ਕਰ, ਸਤਿਗੁਰ ਤਨ ਤਿਸ ਕਾਲ। ਪੰਜੇ ਸਿੱਖ ਮਹਾਰਾਜ ਦੇ ਇਰਦ ਗਿਰਦ ਨੇ, ਗਰੀਬ ਨਵਾਜ਼ ਜੀ ਦੇ ਸਰੀਰ ਦੇ। ਮੰਦ ਮੰਦ ਰੋਦਤ ਅਧਿਕ, ਸੰਕਟ ਪਾਏ ਕਰਾ। ਹੌਲੀ ਹੌਲੀ ਬੈਰਾਗ ਕਰਨ ਦੇ ਰੋ ਰਹੇ ਆ। ਬੜਾ ਉਹਨਾਂ ਨੂੰ ਦੁੱਖ ਹੋ ਰਿਹਾ ਸੰਗਤ ਜੀ। ਚੌਪਈ ਕਹਿ ਜੇਠਾ ਵਡ ਹੰਸਹਿ ਗਾਵੋ। ਉਹ ਜਿਹੜਾ ਗਾਉਣ ਵਾਲਾ ਸੀ ਨਾ ਮਹਾਰਾਜ ਦੇ ਲਾਗੇ, ਭਾਈ ਜੇਠਾ ਜੀ ਉਹਨੂੰ ਕਹਿੰਦੇ ਵਡਹੰਸ ਰਾਗ ਗਾ। ਹਾਂਜੀ। ਗੁਰ ਪਰਲੋਕ ਭਾ ਸ਼ਬਦ ਸੁਣਾਵੋ। ਤੇ ਮਹਾਰਾਜ ਪਰਲੋਕ ਕਹੇ ਆ ਇਹ ਸ਼ਬਦ ਸੁਣਾ ਸਾਨੂੰ। ਹਾਂਜੀ। ਕਾਰਾ ਗ੍ਰਹਿ ਥਲ ਪਾਪੀ ਬੈਸੇ, ਕਰਤ ਪ੍ਰਤੀਖਨ ਆਏ ਨਾ ਕੈਸੇ। ਉਧਰ ਚੰਦੂ ਛੇਤੀ ਨਾਲ ਆਇਆ, ਉਡੀਕਣ ਦਿਆ ਸੀ ਵੀ ਕੀ ਗੱਲ ਹੋਈ ਹੈ, ਪਤਾ ਕਰੀਏ। ਸਾਧ ਸੰਗਤ ਜੀ ਜਦੋਂ ਉਹ ਆਇਆ, ਉਹਨੇ ਵੇਖਿਆ ਸਰੀਰ ਤਿਆਗਿਆ। ਅਜੇ ਆ ਕੇ ਖਲੋਤਾ ਹੀ ਹੈ, ਘਰੋਂ ਸੁਨਾਹ ਮਿਲ ਗਿਆ ਜੀ ਤੁਹਾਡੀ ਨਹੁੰ ਸਰੀਰ ਤਿਆਗ ਗਈ ਹੈ। ਉਹ ਉਧਰ ਚਲੇ ਗਿਆ। ਸਿੱਖਾਂ ਨੇ ਮਹਾਰਾਜ ਦੇ ਸਰੀਰ ਨੂੰ ਰਾਵੀ ਵਿੱਚ ਪ੍ਰਵਾਹ ਦਿੱਤਾ ਜੀ।
ਜਿਵੇਂ ਮਹਾਰਾਜ ਨੇ ਕਿਹਾ ਸੀ ਉੱਤਰ ਵਾਲੇ ਪਾਸੇ ਸੀਸ, ਦੱਖਣ ਵਾਲੇ ਪਾਸੇ ਚਰਨ, ਉਵੇਂ ਹੀ ਮਹਾਰਾਜ ਦਾ ਸਰੀਰ ਪਰਵਾਇਆ। ਕਵੀ ਇੱਕ ਕਵਿਤਾ ਲਿਖਦਾ, ਆਪਾਂ ਹਰ ਸਾਲ ਜਦੋਂ ਮਹਾਰਾਜ ਦਾ ਸ਼ਹੀਦੀ ਦਿਨ ਹੁੰਦਾ ਉਦੋਂ ਉਹ ਕਵਿਤਾ ਵੀ ਪੜ੍ਹਦੇ ਹਾਂ। ਉਹ ਉਹਦੇ ਮਨ ਦਾ ਭਾਵ ਹੈ ਇੱਕ ਕਵੀ ਦੇ, ਹਾਂਜੀ, ਵੀ ਮਹਾਰਾਜ ਦੇ ਸਰੀਰ 'ਤੇ ਛਾਲੇ ਹੈ। ਸਿੱਖਾਂ ਨੇ ਸਰੀਰ ਪਰਵਾਹ ਕੀਤਾ ਜੀ, ਖਲੋਤੇ ਕੰਢੇ 'ਤੇ ਰੋਂਦੇ ਰਹੇ ਆ, ਬੈਰਾਗ ਕਰਦੇ ਰਹੇ ਆ। ਅਤੇ ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਉਹ ਇੱਕ ਕਵੀ ਨੇ ਲਿਖੀ। ਇੱਕ ਪੰਕਤੀ ਆਪਾਂ ਪੜ੍ਹ ਲਈਏ, ਫਿਰ ਬੱਚੇ 2-4 ਮਿੰਟ 'ਚ ਸ਼ਬਦ ਪੜ੍ਹ ਕੇ ਉਹ ਕਵਿਤਾ ਪੜ੍ਹ ਕੇ ਖਿਮਾ ਮੰਗਣਗੇ। ਸਿੱਖ ਖਲੋਤੇ, ਉਹਨਾਂ ਦੇ ਮਨ ਦਾ ਭਾਵ ਹੈ ਜੀ। ਵੇਖੋ ਦੇਵਤੇ ਤਾਂ ਜੈ ਜੈਕਾਰ ਕਰਨ ਦੇ ਆ, ਦੇਵਤਿਆਂ ਦੀ ਦੁਨੀਆ 'ਚ ਤਾਂ ਜੈ ਜੈਕਾਰਾਂ ਹੋ ਰਹੀਆਂ, ਪਰ ਘਾਟਾ ਤੇ ਦੁਨੀਆ ਨੂੰ ਹੈ ਨਾ। ਉਹਨਾਂ ਦੇ ਮਨ ਦਾ ਭਾਵ ਹੈ। ਇੱਕ ਪੰਕਤੀ ਪੜ੍ਹ ਲਓ, ਫਿਰ ਦਾਸ ਖਿਮਾ ਮੰਗੇ। ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਵੇ, ਤੂੰ ਠੋਕਰਾਂ ਨਾ ਮਾਰ ਵੇ, ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ੁਮਾਰ ਵੇ। ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਵੇ, ਤੂੰ ਠੋਕਰਾਂ ਨਾ ਮਾਰ ਵੇ, ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ੁਮਾਰ ਵੇ। ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਵੇ, ਤੂੰ ਠੋਕਰਾਂ ਨਾ ਮਾਰ ਵੇ, ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ੁਮਾਰ ਵੇ। ਰਾਵੀ ਦਿਆ ਪਾਣੀਆਂ। ਇਹ ਇੱਕ ਪੰਕਤੀ ਹੈ। ਕਵਿਤਾ ਸਾਰੀ ਬੱਚੇ ਪੜ੍ਹ ਕੇ ਤੁਹਾਨੂੰ ਸੁਣਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ